यूटी ਦੇ ਵਿੱਚ ਆਨੰਦ ਮੈਰਿਜ ਐਕਟ ਲਾਗੂ ਕੀਤੇ ਜਾਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਚਰਚਾ ਛਿੜੀ ਹੈ। ਇਹ ਕਿਸ ਹੱਦ ਤੱਕ ਇਸ ਨੂੰ ਮਾਨਤਾ ਮਿਲੀ ਹੋਈ ਹੈ ਕਿ ਕਈ ਤਰ੍ਹਾਂ ਦੇ ਖਦਸ਼ੇ ਜਿਹੜੇ ਨੇ ਉਹ ਲਗਾਤਾਰ ਬਣੇ ਹੋ ਰਹੇ ਨੇ ਆਨੰਦ ਮੈਰਿਜ ਐਕਟ ਨੂੰ ਲੈ ਕੇ। ਕੀ ਆਨੰਦ ਮੈਰਿਜ ਐਕਟ ਪੂਰਨ ਤੌਰ ਤੇ ਲਾਗੂ ਹੋ ਗਿਆ? ਕੀ ਕੋਈ ਵੀ ਸਿੱਖ ਪਰਿਵਾਰ ਆਨੰਦ ਮੈਰਿਜ ਐਕਟ ਦੇ ਤਹਿਤ ਵਿਆਹ ਰਜਿਸਟਰਡ ਕਰਵਾ ਸਕਦਾ ਹੈ? ਆਨੰਦ ਮੈਰਿਜ ਐਕਟ 1909 ਚ ਬਣ ਗਿਆ ਸੀ ਜਦੋਂ ਬ੍ਰਿਟਿਸ਼ਰ ਸੀਗੇ ਇੱਥੇ। ਸੁਣਨ ਚ ਤੁਹਾਡੀ ਵੀ ਮੈਨੂੰ ਲੱਗਦਾ ਸਰੋਤਿਆਂ ਦੇ ਤੱਕ ਇਹ ਗੱਲ ਗਈ ਹੋਣੀ ਵੀ ਪਤਾ ਨਹੀਂ ਕੋਈ ਆਨੰਦ ਮੈਰਿਜ ਐਕਟ ਹਿੰਦੂ ਮੈਰਿਜ ਐਕਟ ਦੀ ਤਰ੍ਹਾਂ ਬਣ ਗਿਆ। ਬਿਲਕੁਲ ਗਲਤ ਹੈ, ਇਹ ਨੋ ਹੈ। ਇਹ ਪੂਰੀ ਇੱਕ ਤਰ੍ਹਾਂ ਦੀ ਕਿਤਾਬ ਹੈ, 100 ਦੇ ਕਰੀਬ ਪੰਨੇ ਜਿਹੜੇ ਨੇ ਮੰਨ ਕੇ ਚੱਲੀਏ। ਆਨੰਦ ਮੈਰਿਜ ਐਕਟ ਚੰਡੀਗੜ੍ਹ ਦੇ ਵਿੱਚ ਯਾਨੀ ਯੂਟੀ ਦੇ ਵਿੱਚ ਆਨੰਦ ਮੈਰਿਜ ਐਕਟ ਲਾਗੂ ਕੀਤੇ ਜਾਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਚਰਚਾ ਛਿੜੀ ਹੈ ਕਿ ਆਨੰਦ ਮੈਰਿਜ ਐਕਟ ਦੇ ਤਹਿਤ ਵਿਆਹ ਜਿਹੜਾ ਸਿੱਖ ਪਰਿਵਾਰ ਕਿਵੇਂ ਰਜਿਸਟਰ ਕਰਾ ਸਕਦੇ ਨੇ ਔਰ ਇਹ ਕਿਸ ਹੱਦ ਤੱਕ ਇਸ ਨੂੰ ਮਾਨਤਾ ਮਿਲੀ ਹੋਈ ਹੈ। ਕਿਉਂਕਿ ਇਸ ਤੋਂ ਪਹਿਲਾਂ ਚਰਚਾਵਾਂ ਪੰਜਾਬ ਦੇ ਵਿੱਚ ਵੀ ਕਾਫੀ ਹੋਈਆਂ ਜਦੋਂ ਪੰਜਾਬ ਦੇ ਵਿੱਚ ਲਾਗੂ ਕੀਤਾ ਗਿਆ, ਪਰ ਕਈ ਤਰ੍ਹਾਂ ਦੇ ਸਵਾਲ, ਕਈ ਤਰ੍ਹਾਂ ਦੇ ਸ਼ੰਕੇ, ਕਈ ਤਰ੍ਹਾਂ ਦੇ ਖਦਸ਼ੇ ਜਿਹੜੇ ਨੇ ਉਹ ਲਗਾਤਾਰ ਬਣੇ ਹੋ ਰਹੇ ਨੇ ਆਨੰਦ ਮੈਰਿਜ ਐਕਟ ਨੂੰ ਲੈ ਕੇ। ਤਾਂ ਕੀ ਆਨੰਦ ਮੈਰਿਜ ਐਕਟ ਪੂਰਨ ਤੌਰ ਤੇ ਲਾਗੂ ਹੋ ਗਿਆ? ਕੀ ਇਸ ਦੇ ਵਿੱਚ ਹਰ ਕਾਇਦਾ ਕਾਨੂੰਨ, ਹਰ ਨਿਯਮ ਹੈ ਜਿਹੜਾ ਉਸ ਨੂੰ ਸ਼ਾਮਲ ਕਰ ਦਿੱਤਾ ਗਿਆ? ਕੀ ਕੋਈ ਵੀ ਸਿੱਖ ਪਰਿਵਾਰ ਆਨੰਦ ਮੈਰਿਜ ਐਕਟ ਦੇ ਤਹਿਤ ਵਿਆਹ ਰਜਿਸਟਰਡ ਕਰਵਾ ਸਕਦਾ? ਉਹ ਪੂਰੀ ਤਰ੍ਹਾਂ ਉਸ ਨੂੰ ਮਾਨਤਾ ਮਿਲੇਗੀ? ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਸਾਡੇ ਨਾਲ ਚਰਨਪਾਲ ਸਿੰਘ ਬਾਗੜੀ ਜੀ ਮੌਜੂਦ ਨੇ, ਸੀਨੀਅਰ ਵਕੀਲ ਨੇ, ਹਾਈ ਕੋਰਟ ਦੇ ਵਿੱਚ ਬੜਾ ਡੂੰਘਾਈ ਦੇ ਨਾਲ ਹਰ ਤਰ੍ਹਾਂ ਦੇ ਵਿਸ਼ੇ ਤੇ ਕੰਮ ਕਰਦੇ ਨੇ। ਤਾਂ ਇਹਨਾਂ ਤੋਂ ਉਹ ਹਰ ਸਵਾਲ ਜਿਹੜਾ ਤੁਹਾਡੇ ਜ਼ਿਹਨ ਦੇ ਵਿੱਚ ਹੈ, ਜਿਹੜਾ ਸਾਡੇ ਜ਼ਿਹਨ ਦੇ ਵਿੱਚ ਹੈ, ਤਾਂ ਕਿ ਬਿਲਕੁਲ ਤਸਵੀਰ ਸਾਫ਼ ਹੋ ਜਾਏ। ਬਾਗੜੀ ਸਾਹਿਬ, ਤਸਵੀਰ ਸਾਫ਼ ਕਰਨੀ ਚਾਹੁੰਦੇ ਆ ਕਿਉਂਕਿ ਕਨਫਿਊਜ਼ਨ ਬੜੀ ਆ। ਐਕਟ ਕਈ ਤਰ੍ਹਾਂ ਦੇ ਲਾਗੂ ਹੋ ਜਾਂਦੇ ਆ, ਕਈ ਤਰ੍ਹਾਂ ਦੇ ਨਵੇਂ ਕਾਨੂੰਨ ਬਣ ਜਾਂਦੇ ਆ, ਪਰ ਉਹ ਜਿਹੜਾ ਇੰਪਲੀਮੈਂਟ ਕਿਤੇ ਨਹੀਂ ਹੋ ਪਾਉਂਦਾ। ਕਈ ਵਾਰੀ ਕਿਉਂ ਨਹੀਂ ਹੋ ਪਾਉਂਦਾ? ਕਿਉਂਕਿ ਲੋਕਾਂ ਨੂੰ ਉਹਦੇ ਬਾਰੇ ਪੂਰੀ ਤਰ੍ਹਾਂ ਪਤਾ ਹੀ ਨਹੀਂ ਲੱਗਦਾ। ਜੇ ਲਾਗੂ ਹੋ ਗਿਆ ਤਾਂ ਉਹਦੇ ਚ ਕਰਨਾ ਕੀ ਹੈ? ਆਨੰਦ ਮੈਰਿਜ ਐਕਟ ਦੀ ਗੱਲ ਚੱਲੀ ਆ ਕਿ ਵਾਕਈ ਹੁਣ ਆਨੰਦ ਮੈਰਿਜ ਐਕਟ ਜਿਹੜਾ ਦੇਖੋ ਲਾਗੂ ਤਾਂ ਹੋ ਗਿਆ, ਉਹ ਤਾਂ ਕਹਿ ਦਿੱਤਾ ਗਿਆ, ਪੰਜਾਬ 'ਚ ਵੀ ਹੋਇਆ ਸੀ, ਚੰਡੀਗੜ੍ਹ 'ਚ ਵੀ। ਕੀ ਉਸ ਨੂੰ ਇਸ ਪੱਧਰ ਤੇ ਲਾਗੂ ਕਰ ਦਿੱਤਾ ਗਿਆ ਕਿ ਹੁਣ ਕੋਈ ਵੀ ਸਿੱਖ ਜੋੜਾ ਜਾ ਕੇ ਆਪਦਾ ਵਿਆਹ ਉਹਨੂੰ ਰਜਿਸਟਰਡ ਕਰਾ ਲੇ ਤੇ ਉਹ ਮੰਨਣਯੋਗ ਹੋਵੇਗਾ? ਤਾਂ ਇਹ ਹੈ ਕੀ ਆਨੰਦ ਮੈਰਿਜ ਐਕਟ? ਜੀ, ਆਨੰਦ ਮੈਰਿਜ ਐਕਟ ਜਿਹੜਾ ਇਟ ਇਜ਼ ਦੀ ਓਨਲੀ ਯੂ ਮੇ ਸੇ ਜਿਹੜਾ ਇੱਕ ਪੇਜ ਦਾ ਐਕਟ ਹੈ ਜਿਹ ਚ ਸਿਰਫ ਤੇ ਸਿਰਫ ਰਜਿਸਟ੍ਰੇਸ਼ਨ ਆਫ ਸਿੱਖ ਮੈਰਿਜ ਦਾ ਪ੍ਰਾਵਧਾਨ ਹੈ, ਨਥਿੰਗ ਮੋਰ ਦੈਨ ਦੈਟ। ਮੈਂ ਸਭ ਤੋਂ ਪਹਿਲਾਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ, ਆਨੰਦ ਮੈਰਿਜ ਐਕਟ 1909 ਚ ਬਣ ਗਿਆ ਸੀ ਜਦੋਂ ਬ੍ਰਿਟਿਸ਼ਰ ਸੀਗੇ ਇੱਥੇ ਇੰਡੀਪੈਂਡੈਂਸ ਤੋਂ ਪਹਿਲਾਂ, ਤੇ ਉਹਦੇ ਵਿੱਚ ਅਮੈਂਡਮੈਂਟ 2012 ਚ ਹੋਈ ਜਦੋਂ ਸ਼੍ਰੀਮਤੀ ਪ੍ਰਤਿਭਾ ਪਾਟਿਲ ਸਾਡੇ ਪ੍ਰੈਜ਼ੀਡੈਂਟ ਸੀਗੇ, ਉਹਨਾਂ ਨੇ ਸੈਂਟਰਲ ਐਕਟ ਇਹ ਚ ਅਮੈਂਡਮੈਂਟ ਕੀਤੀ। ਅਮੈਂਡਮੈਂਟ ਦੇ ਵਿੱਚ ਸਿਰਫ ਇੱਕ ਚੀਜ਼ ਉਹ ਚ ਇਨਸਰਟ ਕਰਤੀ ਕਿ ਵੀ ਜਿਹੜੀ ਸਿੱਖ ਮੈਰਿਜਸ ਨੇ ਉਹ ਰਜਿਸਟਰ ਜਿਹੜੀਆਂ ਸੀਗੀਆਂ ਪਹਿਲਾਂ ਹਿੰਦੂ ਮੈਰਿਜ ਐਕਟ ਦੇ ਸੈਕਸ਼ਨ 8 ਦੇ ਅਕੋਰਡਿੰਗਲੀ ਹੁੰਦੀਆਂ ਸੀਗੀਆਂ, ਪਰ ਉਹ ਹੁਣ ਜਿਹੜੀਆਂ ਰਜਿਸਟਰ ਜਿਹੜੀਆਂ ਨੇ ਉਹ 2012 ਦਾ ਕਿਉਂਕਿ ਵਰਡ ਸ਼ੈਲ ਯੂਜ਼ ਕੀਤਾ ਕਿ ਵੀ ਸਿੱਖ ਜਿਹੜੇ ਮੈਰਿਜ ਆਨੰਦ ਕਾਰਜ ਦੇ ਅਕੋਰਡਿੰਗਲੀ ਹੁੰਦੀਆਂ, ਉਹਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਆਨੰਦ ਮੈਰਿਜ ਐਕਟ ਦੇ ਵਿੱਚ ਹੋ ਸਕਦੀ ਹੈ। ਤਾਂ ਮੈਂ ਤੁਹਾਡੀ ਟੁਕਰ ਤੁਹਾਡੇ ਕਹਿਣ ਦੇ ਮੁਤਾਬਕ 1909 ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਇਹ ਐਕਟ ਹੈ ਜਿਹੜਾ ਬਣ ਗਿਆ, ਤੇ ਇੰਨਾ ਸਮਾਂ ਬੀਤਣ ਤੋਂ ਬਾਅਦ ਜੇ ਵੇਖ ਲਈ ਤਕਰੀਬ 114 ਸਾਲ ਦੇ ਆਸ-ਪਾਸ ਦਾ ਸਮਾਂ ਜਿਹੜਾ ਲੰਘ ਗਿਆ, ਤੇ 114 ਸਾਲ ਦੇ ਬਾਅਦ ਵੀ ਅਸੀਂ ਇੱਕ ਪੇਜ ਤੋਂ ਸ਼ੁਰੂ ਹੋ ਕੇ ਇੱਕ ਪੇਜ ਤੇ ਖੜੇ ਆ। ਐਕਟ ਅਧੂਰਾ ਹੈ। ਐਕਟ ਇਹ ਅਸਲ ਵਿੱਚ ਸੁਣਨ ਚ ਤੁਹਾਡੀ ਵੀ ਮੈਨੂੰ ਲੱਗਦਾ ਸਰੋਤਿਆਂ ਦੇ ਤੱਕ ਇਹ ਗੱਲ ਗਈ ਹੋਣੀ ਵੀ ਪਤਾ ਨਹੀਂ ਕੋਈ ਆਨੰਦ ਮੈਰਿਜ ਐਕਟ ਹਿੰਦੂ ਮੈਰਿਜ ਐਕਟ ਦੀ ਤਰ੍ਹਾਂ ਬਣ ਗਿਆ। ਬਿਲਕੁਲ ਗਲਤ ਹੈ, ਇਹ ਨੋ ਹੈ। ਹਿੰਦੂ ਮੈਰਿਜ ਐਕਟ ਦੀ ਤਰ੍ਹਾਂ ਐਕਟ ਨਹੀਂ ਬਣਿਆ। ਜਿਹੜਾ ਹਿੰਦੂ ਮੈਰਿਜ ਐਕਟ 1955 ਹੈ ਉਹ ਜਿਹੜਾ ਲਾਗੂ ਹੈ ਉਹ ਜਿਵੇਂ ਹਿੰਦੂਸ ਤੇ ਲਾਗੂ ਹੈ ਉਦਾਂ ਹੀ ਸਿੱਖ, ਉਹ ਕਹਿੰਦਾ ਇਹ ਅਪਲਾਈਜ਼ ਟੂ ਫੋਲੋਇੰਗ ਪਰਸਨ। ਕਿਹੜੇ ਪਹਿਲਾਂ ਮੈਂ ਕਲੀਅਰ ਕਰ ਦਿਆਂ ਜੀ, ਆ ਇੱਕ ਬਣੀ ਤਾਂ ਨਹੀਂ ਪੂਰੀ ਕਿਤਾਬ ਹੈ ਐਕਟ ਦੀ, ਤੇ ਇਹਦੇ ਪੰਨੇ ਵੀ ਕਾਫੀ ਨੇ। ਵਕੀਲ ਸਾਹਿਬ ਦੇਖ ਲਈਏ, ਇਹ ਪੂਰਾ ਐਕਟ ਹੈ ਜੀ। ਲਾਸਟ ਪੰਨਾ ਨੰਬਰ ਕਿੰਨਾ ਦੇਖੋਗੇ ਮੜਾ ਜਾ? ਤਾਂ ਇਹ ਪੂਰੀ ਇੱਕ ਤਰ੍ਹਾਂ ਦੀ ਕਿਤਾਬ ਹੈ, 100 ਦੇ ਕਰੀਬ ਪੰਨੇ ਜਿਹੜੇ ਨੇ ਮੰਨ ਕੇ ਚੱਲੀਏ। ਤੇ ਆਹ ਸਾਡਾ ਆਨੰਦ ਮੈਰਿਜ ਐਕਟ ਹੈ ਜਿਹੜਾ ਤੁਹਾਡੇ ਹੱਥ ਦੇ ਵਿੱਚ ਇੱਕ ਇੱਕ ਪੇਜ ਦਾ। ਇੱਕ ਇਹ ਤਾਂ ਹੈਗਾ ਜੀ ਨਵਾਂ ਜਿਹੜਾ ਹੁਣ ਹੋਇਆ, ਇਹ ਵੀ ਅੱਧਾ ਅਧੂਰਾ ਜਿਹਾ ਪੇਜ ਹੈ। ਇੱਕ ਪੇਜ ਹੈ ਸਰ, ਇਹ ਮਤਲਬ
if you see ਤੇ it is not 1909 ਵਾਲਾ ਵੀ ਦਿਖਾ ਦਿਓ। ਇਹ ਇੱਕ ਪੇਜ ਹੈ ਵੀ। ਇੱਕ 1909 ਦਾ ਹੈ ਜੀ, ਤੇ ਇੱਕ ਜਿਹੜਾ ਹੁਣ ਲਾਗੂ ਕੀਤਾ ਉਹ ਆ। ਤਾਂ ਪੂਰਾ ਐਕਟ ਹਿੰਦੂ ਮੈਰਿਜ ਐਕਟ ਦੇ ਤੁਸੀਂ 100 ਦੇ ਕਰੀਬ, ਤੇ ਆਨੰਦ ਮੈਰਿਜ ਐਕਟ ਇੱਕ ਪੇਜ ਦਾ ਐਕਟ ਹੈ। ਤਾਂ ਇਹਦੇ ਵਿੱਚ ਕਿੰਨੀਆਂ ਕੁ ਚੀਜ਼ਾਂ ਨੇ ਵੈਸੇ? ਕੀ ਇੱਕ ਪੇਜ ਨਾਲ ਸਰ ਜਾਏਗਾ ਕਿ ਲਾਗੂ ਹੋ ਜਾਏਗਾ? ਯੈਸ, ਲੈਟ ਮੀ ਕਲੈਰੀਫਾਈ, ਮੈਂ ਟਰਾਈ ਕਰਦਾ। ਇਹ ਤੁਸੀਂ ਇਹ ਕਹਿ ਸਕਦੇ ਹੋ ਵੀ ਜਿਹੜਾ ਇੱਕ ਹਿੰਦੂ ਮੈਰਿਜ ਐਕਟ ਦੇ ਵਿੱਚ ਸੈਕਸ਼ਨ 8 ਹੈ, ਉਹਦੇ ਤੋਂ ਸਿਰਫ ਐਕਸਟਰਾ ਇਹ ਹੈ ਕਿ ਵੀ ਜਿਹੜੀ ਮੈਰਿਜ ਆਨੰਦ ਕਾਰਜ ਦੇ ਅਕੋਰਡਿੰਗਲੀ ਸਿੱਖਾਂ ਵਿੱਚ ਹੋਊਗੀ ਉਹ ਵੈਲਿਡ ਹੋਊਗੀ। ਜਿਹੜਾ ਹਿੰਦੂ ਮੈਰਿਜ ਐਕਟ ਹੈ ਉਹਦੀ ਸਟਾਰਟਿੰਗ ਲਾਈਨ ਇਹ ਕਹਿੰਦੀ ਹੈ, ਕਿਉਂਕਿ ਉਹਦੇ ਵਿੱਚ ਸੈਕਸ਼ਨ 7 ਹੀ ਦੱਸ ਰਿਹਾ ਵੀ ਮੈਰਿਜ ਕਿਵੇਂ ਹੋਣੀ ਹੈ। ਮੈਰਿਜ ਕਿਵੇਂ ਹੋਣੀ ਹੈ? ਜਿਵੇਂ ਜਿਵੇਂ ਧਿਰਾਂ ਦੇ ਵਿੱਚ ਕਸਟਮ ਹੈ। ਜਿਵੇਂ ਹੁਣ ਸਿੱਖਾਂ ਦੇ ਵਿੱਚ ਕਸਟਮ ਇਹ ਹੈ ਵੀ ਆਪਾਂ ਆਨੰਦ ਕਾਰਜ ਲੈਂਦੇ ਆ, ਆਨੰਦ ਕਾਰਜ ਕਰਾਉਂਦੇ ਆ, 4 ਲਾਵਾਂ ਲੈਂਦੇ ਆ। ਹਿੰਦੂ ਦੇ ਵਿੱਚ ਸਪਤਪਦੀ ਹੈ, ਮਤਲਬ ਅਗਨ ਦੇ ਆਲੇ ਦੁਆਲੇ 7 ਫੇਰੇ ਲੈਣ ਦਾ। ਉਹ ਸੈਰਾਮਨੀਜ਼ ਹਿੰਦੂ ਮੈਰਿਜ ਐਕਟ ਨੇ ਡਿਫਾਈਨ ਕੀਤੀਆਂ ਹੋਈਆਂ। ਇਹ ਐਕਟ ਦੇ ਵਿੱਚ ਤਾਂ ਸਿਰਫ ਇਹ ਕਿਹਾ ਵੀ ਸਿੱਖਾਂ ਦਾ ਜਿਹੜਾ ਇਹ ਐਕਟ ਹੈ ਇਹਨੂੰ ਆਨੰਦ ਕਾਰਜ ਐਕਟ ਕਵਾਂਗੇ, ਔਰ ਇਹਨੂੰ ਇਹ ਵੈਲਿਡ ਹੈ ਚਾਹੇ ਅੱਜ ਮੈਰਿਜ ਹੋਈ ਹੈ ਜਾਂ ਅੱਜ ਤੋਂ ਪਹਿਲਾਂ ਹੋਈ ਹੈ। ਜਿਹੜੀ ਲਾਵਾਂ ਲੈ ਕੇ ਮੈਰਿਜ ਹੋਈ ਹੈ ਉਹ ਵੈਲਿਡ ਹੋਊਗੀ। ਇੱਕ ਚੀਜ਼ ਸਵਾਲ ਦਾ ਜਵਾਬ ਦਿਆ ਜੀ, ਕਿ ਜੇ ਇੱਕ ਸਿੱਖ ਜੋੜਾ ਜਾ ਕੇ ਰਜਿਸਟਰਡ ਕਰਾਉਂਦਾ ਆਨੰਦ ਮੈਰਿਜ ਐਕਟ, ਉਹ ਲਾਗੂ ਹੋਏਗੀ ਤਾਂ ਉਹ ਮੰਨਣਯੋਗ ਹੋਏਗੀ? ਉਹ ਕਿੱਥੇ ਕਿੱਥੇ ਵੈਲਿਡ ਹੋਏਗੀ? ਤੇ ਉਸ ਤੋਂ ਬਾਅਦ ਅਗਲੇ ਸਵਾਲ ਤੇ ਚੱਲਦੇ ਆ, ਕੀ ਉਹ ਕਰਵਾ ਲੈਣ ਇਹ ਵੈਲਿਡ ਹੋਏਗੀ, ਮੰਨੀ ਜਾਏਗੀ? ਕਿੱਥੇ ਕਿੱਥੇ ਮੰਨੀ ਜਾਏਗੀ? ਸਰ ਬਿਲਕੁਲ ਬੰਨੀ ਜਾਊਗੀ ਨਾ, ਕਿਉਂਕਿ ਇਹ ਅਸੈਂਟ ਜਿਹੜੀ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਦਿੱਤਾ ਇਹਨੂੰ 2012। ਕਿੱਥੇ ਕਿੱਥੇ ਇਹ ਵੈਲਿਡ ਹੋਏਗੀ, ਮੰਨਣਯੋਗ? ਇਹ ਮੰਨਣਯੋਗ ਤਾਂ ਜਿੱਥੇ ਤੁਸੀਂ ਇਹਨੂੰ ਐਕਸਰਸਾਈਜ਼ ਕਰਨਾ, ਵੈਸੇ ਬੇਸਿਕਲੀ ਜਿਹੜੀ ਲੋੜ ਪੈਂਦੀ ਹੈ ਫੋਰਨ ਐਮਬੈਸੀ ਦੇ ਵਿੱਚ ਜ਼ਿਆਦਾ ਪੈਂਦੀ ਹੈ ਉਹਦੀ। ਜਦੋਂ ਇੰਡੀਆ ਦੇ ਵਿੱਚ ਵੈਲਿਡਿਟੀ ਹੈ ਜਿਹੜੀ, ਉਹ ਤਾਂ ਜਦੋਂ ਇੱਕ ਡੀਸੀ ਨੇ, ਡਿਸਟ੍ਰਿਕਟ ਕਲੈਕਟਰ ਨੇ ਉਸ ਮੈਰਿਜ ਨੂੰ ਰਜਿਸਟਰ ਕਰ ਲਿਆ, ਉਹ ਵੈਲਿਡ ਹੋਗੀ। ਇੰਡੀਆ ਵਿੱਚ ਤਾਂ ਵੈਲਿਡ ਵੀ ਹੋਗੀ, ਫੋਰਨ ਐਮਬੈਸੀ ਵਿੱਚ ਵੀ ਵੈਲਿਡ ਹੈ, ਕਿਉਂਕਿ ਉਹ ਜਦੋਂ ਤਹਿਸੀਲਦਾਰ ਕੋਲ ਜਾ ਕੇ ਆਪਾਂ ਰਜਿਸਟਰ ਕਰਦੇ ਹਾਂ ਉਹ ਕ੍ਰਾਸ ਸਿਗਨੇਚਰ ਲਈ ਜਾਂਦੀ ਹੈ ਡੀਸੀ ਕੋਲ। ਸੇਮ ਪ੍ਰੋਸੈਸ ਇਹਦੇ ਵਿੱਚ ਹੈ। ਪਹਿਲਾਂ ਸੈਕਸ਼ਨ 8 ਹਿੰਦੂ ਮੈਰਿਜ ਦੇ ਐਕਟ ਦੇ ਅਕੋਰਡਿੰਗ 1955 ਵਾਲੇ ਐਕਟ ਦੇ ਅਕੋਰਡਿੰਗਲੀ ਇੱਕ ਰਜਿਸਟਰ ਬਣਦਾ ਸੀ, ਇੱਕ ਫਾਰਮ ਬਣਦੇ ਸੀ, ਉੱਥੇ ਹਿੰਦੂ ਵਰਡ ਯੂਜ਼ ਹੁੰਦਾ ਸੀ। ਹੁਣ ਇਹ ਚ ਯੂਜ਼ ਹੋ ਗਿਆ ਸਿੱਖ ਬਾਈ ਪ੍ਰੋਫੈਸ਼ਨ। ਹੁਣ ਇੱਕ ਖਦਸ਼ਾ ਫੇਰ ਪੈਦਾ ਹੋ ਗਿਆ ਗੱਲਬਾਤ ਦੇ ਦੌਰਾਨ ਹੀ। ਤੁਸੀਂ ਕਿਹਾ ਕਿ ਇਹ ਵੈਲਿਡ ਹੈ, ਅੰਬੈਸੀ 'ਚ ਵੈਲਿਡ ਹੈ, ਤਾਂ ਪੰਜਾਬੀਆਂ ਨੂੰ ਖਾਸ ਕਰਕੇ ਵੇਲੇ ਅੰਬੈਸੀ ਵਾਸਤੇ ਹੁੰਦਾ ਵੀ ਮੇਨ ਉੱਥੇ ਲੋੜ ਪੈਂਦੀ। ਵੈਸੇ ਤਾਂ ਕਈ ਸਾਰੀ ਉਮਰ ਕਰਾਉਂਦੇ ਵੀ ਨਹੀਂ ਰਜਿਸਟਰਡ, ਉਹ ਜੋ ਜਹਾਜ਼ ਚੜ੍ਹਨਾ ਆਉਂਦਾ ਉਦੋਂ ਕਰਾਉਣੀ ਪੈਂਦੀ ਹੈ। ਉਹ ਤੁਸੀਂ ਕਹਿੰਦੇ ਵੈਲਿਡ ਹੈ, ਤੇ ਫਿਰ ਜੇ 100 ਪੇਜਾਂ ਵਾਲਾ ਕੰਮ ਸਾਡਾ 1 ਪੇਜ ਹੀ ਕਰੀ ਜਾਂਦਾ, ਤੇ ਫਿਰ ਉਹ 'ਚ ਕਮੀ ਕੀ ਹੈ? ਹੁਣ ਤੁਸੀਂ ਇਸ ਗੱਲ ਤੇ ਸਵਾਲ ਕਿਉਂ ਚੁੱਕ ਰਹੇ ਹੋ? ਫਿਰ ਤੁਹਾਨੂੰ ਦਿੱਕਤ ਕੀ ਲੱਗਦੀ ਵੀ 1 ਪੇਜ 'ਚ ਜੇ ਕੰਮ ਸਰਦਾ ਤਾਂ ਕਮੀ ਕਿੱਥੇ ਹੈ? ਦੇਖिए ਬੀਇੰਗ ਬਿਲੋਂਗਿੰਗ ਟੂ ਲੀਗਲ ਪ੍ਰੋਫੈਸ਼ਨ, ਕਿਉਂਕਿ ਜਿਹੜਾ ਤੁਸੀਂ ਸਟਾਰਟਿੰਗ ਇਹ ਕੀਤੀ ਹੈ, ਤੁਸੀਂ ਫਰਕ ਇਹ ਪੁੱਛਿਆ ਮੇਰੇ ਤੋਂ, ਫਰਕ ਮੇਰਾ ਦੱਸਣਾ ਫਰਜ਼ ਬਣਦਾ ਹੈ, ਕਿਉਂਕਿ ਜਿਹੜੇ ਸਰੋਤੇ ਆ ਉਹਨਾਂ ਨੂੰ ਹਰ ਚੀਜ਼ ਦੀ ਨੌਲੇਜ ਨਹੀਂ ਹੈ, ਉਹਨਾਂ ਨੂੰ ਕਾਨੂੰਨ ਕੀ ਹੈ ਉਹ ਦੱਸਣਾ ਮੇਰਾ ਫਰਜ਼ ਬਣਦਾ। ਫਰਕ ਕੀ ਹੈ ਤੁਸੀਂ ਪੁੱਛਿਆ, ਜ਼ਮੀਨ ਆਸਮਾਨ ਦਾ ਫਰਕ ਹੈ। ਜਿਹੜਾ ਹਿੰਦੂ ਮੈਰਿਜ ਐਕਟ 1955 ਹੈ ਉਹ ਦੱਸਦਾ ਕੌਣ ਲੋਕ ਨੇ ਜਿਨ੍ਹਾਂ ਦੀ ਮੈਰਿਜ ਜਿਹੜੀ ਹੈ ਕਿਵੇਂ ਹੋਣੀ ਹੈ, ਕਿਹੜੀਆਂ ਕੰਡੀਸ਼ਨਸ ਨੇ। ਭੈਣ ਭਰਾ ਦੀ ਮੈਰਿਜ ਨਹੀਂ ਹੋ ਸਕਦੀ, ਇਹ ਆਨੰਦ ਮੈਰਿਜ ਐਕਟ ਥੋੜ੍ਹਾ ਦੱਸਦਾ, ਕਿਉਂਕਿ ਇਹ ਕੰਪਲੀਟ ਹੀ ਨਹੀਂ ਹੈ। ਆਨੰਦ ਮੈਰਿਜ ਐਕਟ 'ਚ ਨਹੀਂ ਲਿਖਿਆ ਸਰ ਕਿਉਂਕਿ ਇਹ ਕੰਪਲੀਟ ਕੋਡ ਹੀ ਨਹੀਂ ਹੈ। ਇਹ ਹਿੰਦੂ ਮੈਰਿਜ ਐਕਟ ਸਾਰਾ ਕੁਝ ਦੱਸਦਾ। ਪ੍ਰੋਹਿਬਿਟਡ ਡਿਗਰੀ ਇਹਨੇ ਯੂਜ਼ ਜ਼ਰੂਰ ਕਰਿਆ ਵਰਡ, ਜਿਹੜਾ ਹੁਣ ਅਮੈਂਡਮੈਂਟ ਹੋ ਕੇ ਆਈ ਹੈ, ਦਿਓ ਮੈਨੂੰ, ਉਹ 'ਚ ਮੈਂ ਪੜ੍ਹ ਵੀ ਦਿੰਨਾ। ਪਰ ਜਿਹੜਾ ਇਹ ਮਤਲਬ ਸਾਰਾ ਕੁਝ ਹੈ, ਸਪਿੰਡਾ ਰਿਲੇਸ਼ਨਸ ਨੇ, ਪ੍ਰੋਹਿਬਿਟਡ ਡਿਗਰੀ ਹੈ, ਬਲੱਡ ਰਿਲੇਸ਼ਨ ਨੇ। ਤੁਹਾਡੇ ਇੱਕ ਮੈਂ ਹੋਰ ਸੌਖਾ ਕਰਾਂ, ਤੁਹਾਡੇ ਕਹਿਣ ਦੇ ਮੁਤਾਬਕ ਉਹ ਜਿਹੜਾ ਹਿੰਦੂ ਮੈਰਿਜ ਐਕਟ ਵਾਲਾ 100 ਪੰਨਾ ਹੈ, ਇਹਨੂੰ ਉਹਦੇ ਉੱਤੇ ਲਾ ਕੇ ਕੰਮ ਚਲਾਇਆ ਜਾਂਦਾ ਹੈ। ਉਹ 100 ਪੰਨੇ ਦੇ ਮੂਹਰੇ ਇਹਦਾ ਸਟicker ਲਾ ਕੇ ਕਿ ਆ ਭਾਈ ਬਾਕੀ ਕਾਇਦੇ ਕਾਨੂੰਨ ਉਹ ਯੂਜ਼ ਹੋ ਰਿਹਾ, ਤੇ ਉੱਤੇ ਸਿੱਖ ਮੈਰਿਜ ਐਕਟ, ਆਨੰਦ ਮੈਰਿਜ ਐਕਟ ਦਾ ਇਹ ਪੇਜ ਕੰਮ ਆਉਂਦਾ। ਨਹੀਂ, ਇਹ ਸਿਰਫ ਤੇ ਸਿਰਫ ਰਜਿਸਟ੍ਰੇਸ਼ਨ ਦੇ ਲਈ ਹੈ। ਜੇ ਤੁਸੀਂ ਡਾਈਵੋਰਸ 'ਚ ਜਾਣਾ, ਜੇ ਤੁਸੀਂ ਕਹੋ ਵੀ ਸਾਡੀ ਤਾਂ ਹੋਈ ਆ ਆਨੰਦ ਮੈਰਿਜ ਐਕਟ ਦੇ ਵਿੱਚ ਰਜਿਸਟ੍ਰੇਸ਼ਨ, ਕੱਲ ਨੂੰ ਰੱਬ ਨਾ ਕਰੇ ਡਿਵੋਰਸ ਪ੍ਰੋਸੀਡਿੰਗ ਵਾਸਤੇ ਜਾਣਾ, ਰੈਸਟੀਟਿਊਸ਼ਨ ਆਫ ਕੰਜੂਨਲ ਰਾਈਟ ਸੈਕਸ਼ਨ 9 'ਚ ਜਾਣਾ, ਸੈਕਸ਼ਨ 13 'ਚ ਜਾਣਾ, 13(b) 'ਚ ਮਿਊਚੁਅਲ ਕੰਸੈਂਟ ਦੇ ਡਿਵੋਰਸ ਲਈ ਜਾਣਾ, ਉਹ ਆਨੰਦ ਮੈਰਿਜ ਐਕਟ ਥੋੜੋ ਦੱਸਦਾ। ਆਨੰਦ ਮੈਰਿਜ ਐਕਟ ਦੇ ਤਹਿਤ ਵਿਆਹ ਤਾਂ ਹੋ ਸਕਦਾ ਪਰ ਤਲਾਕ ਨਹੀਂ ਹੋ ਸਕਦਾ। ਵਿਆਹ ਕੀ ਹੈ? ਵਿਆਹ ਕੁਛ ਨਹੀਂ ਹੈ, ਵਿਆਹ ਤਾਂ ਸੈਰਾਮਨੀਜ਼ ਨੇ। ਐਕਟ ਦੇ ਵਿੱਚ ਵਿਆਹ ਹੋਣਾ ਕਿਤੇ ਨਹੀਂ ਲਿਖਿਆ ਹੋਇਆ। ਰਜਿਸਟ੍ਰੇਸ਼ਨ ਦੀ ਗੱਲ ਕਰੀਏ ਨਾ, ਕਿਉਂਕਿ ਉੱਥੇ ਜਾ ਕੇ ਕਿਹੜਾ ਰਜਿਸਟਰ ਦੇ ਵਿੱਚ ਜਾ ਕੇ ਪਹਿਲਾਂ ਵੀ ਉਹਦੇ ਅਕੋਰਡਿੰਗਲੀ ਇਹ ਕੁਛ ਕਰੋ। ਵਿਆਹ ਕੌਣ ਦੱਸਦਾ? ਸੈਰਾਮਨੀਜ਼ ਦੱਸਦੀਆਂ, ਕਿਉਂਕਿ ਹਿੰਦੂ ਮੈਰਿਜ ਐਕਟ ਵੀ ਇਹੀ ਕਹਿੰਦਾ, ਆਨੰਦ ਮੈਰਿਜ ਐਕਟ ਦੇ ਵਿੱਚ ਵੀ ਇਹੀ ਗੱਲ ਕੀਤੀ ਹੋਈ ਹੈ ਵੀ ਜਿਹੜੀ ਸਿੱਖਾਂ ਦੇ ਰੀਤੀ ਰਿਵਾਜ ਦੇ ਅਕੋਰਡਿੰਗਲੀ ਵਿਆਹ ਹੋਊਗਾ ਉਹ ਵੈਲਿਡ ਹੋਊਗਾ। ਔਰ ਉਹਦੀ ਰਜਿਸਟ੍ਰੇਸ਼ਨ ਸਿਰਫ ਇਹ 'ਚ ਦੱਸੀ ਹੈ ਵੀ ਰਜਿਸਟ੍ਰੇਸ਼ਨ ਵਾਸਤੇ ਨਵਾਂ ਰਜਿਸਟਰ ਲੱਗੂਗਾ। ਪਹਿਲਾਂ ਕੀ ਹੁੰਦਾ ਸੀ, ਜਦੋਂ ਇਹ ਐਕਟ 2012 ਤੋਂ ਪਹਿਲਾਂ ਇਹ ਰਜਿਸਟ੍ਰੇਸ਼ਨ ਚਾਹੇ ਤੁਹਾਡੀ
ਮਤਲਬ ਆਨੰਦ ਕਾਰਜ ਦੇ ਅਕੋਰਡਿੰਗਲੀ ਹੋਈ, ਤੁਹਾਨੂੰ ਰਜਿਸਟ੍ਰੇਸ਼ਨ ਜਿਹੜੀ ਸੀਗੀ ਉਹ ਹਿੰਦੂ ਮੈਰਿਜ ਐਕਟ 1955 ਦੇ ਸੈਕਸ਼ਨ 8 ਦੇ ਅਕੋਰਡਿੰਗਲੀ ਜਿਹੜੇ ਰੂਲ ਬਣੇ ਹੋਏ ਨੇ ਉਹਦੇ ਅਕੋਰਡਿੰਗਲੀ ਉਹਦੇ ਵਿੱਚ ਕਰਾਉਣੀ ਪੈਂਦੀ ਸੀ। ਸਿਰਫ ਰਜਿਸਟ੍ਰੇਸ਼ਨ ਸਰਟੀਫਿਕੇਟ ਚੇਂਜ ਹੋਇਆ, ਬਾਕੀ ਤਾਂ ਇਹਦੇ ਵਿੱਚ ਕੋਈ ਇਹ ਕੰਪਲੀਟ ਕੋਡ ਹੀ ਨਹੀਂ ਹੈ। ਹੁਣ ਮੋਟੀਆਂ-ਮੋਟੀਆਂ ਕਮੀਆਂ ਦੱਸ ਦਿਓ ਵੀ ਇਹਦੇ ਵਿੱਚ ਹੁਣ ਘੱਟ ਕੀ ਰਹਿ ਗਿਆ, ਵੀ ਕਿਹੜੀ ਚੀਜ਼ ਤੁਹਾਨੂੰ ਲੱਗਦਾ ਹੈ ਕਿ ਜੇ ਆ ਹੋਣਗੀਆਂ ਫਿਰ ਇਹ ਕੰਪਲੀਟ ਐਕਟ ਬਣੇਗਾ, ਆ ਚੀਜ਼ਾਂ ਹੈ ਨਹੀਂ, ਉਹ ਕਲੀਅਰ ਕਰੋ। ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ। ਇਹਦੇ ਵਿੱਚ ਦੇਖੋ, ਇਹ ਜਿਵੇਂ ਆ ਐਕਟ ਮੈਂ ਇੱਥੋਂ ਹੀ ਸਟਾਰਟ ਕਰਦਾ, ਹਿੰਦੂ ਮੈਰਿਜ ਐਕਟ ਹੈ, ਕੋਈ ਲੰਬੀ ਚੌੜੀ ਗੱਲ ਨਹੀਂ, ਜੇ ਕਿਸੇ ਦੀ ਇੰਟੈਂਸ਼ਨ ਹੋਵੇ ਕਲੀਅਰ ਹੋ ਸਕਦਾ। ਇਹਦੇ ਵਿੱਚ ਵੈਸੇ ਕਾਫੀ ਡਿਸਪਿਊਟ ਵੀ ਹੁੰਦਾ ਜਦੋਂ ਅਸੀਂ ਸੈਕੂਲਰ ਕੰਟਰੀ ਦੀ ਗੱਲ ਕਰਦੇ ਹਾਂ। ਆ ਸੈਕੰਡ ਤੇ ਮੈਂ ਕਹੂੰਗਾ ਐਪਲੀਕੇਸ਼ਨ ਆਫ ਦੀ ਐਕਟ, ਕਿਹੜਾ ਐਕਟ? ਦੀ ਹਿੰਦੂ ਮੈਰਿਜ ਐਕਟ 1955। ਇਹ ਸਾਰੇ ਹਿੰਦੂਆਂ ਨੂੰ ਤਾਂ ਲੱਗਦਾ ਹੀ ਹੈ, ਚਾਹੇ ਉਹ ਅਲੱਗ-ਅਲੱਗ ਉਹਨਾਂ ਦੇ ਮਤਲਬ ਕੋਈ ਲਿਖਿਆ ਇਹ ਬੁੱਧਿਸਟ ਹੈ, ਸੌਰੀ ਆਰੀਆ ਸਮਾਜੀ ਹੈ, ਹੋਰ ਅਲੱਗ ਬ੍ਰਹਮੋ। ਉਸ ਤੋਂ 20 ਪੁਆਇੰਟ ਪੜੋ, ਟੂ ਐਨੀ ਪਰਸਨ ਹੂ ਇਜ਼ ਬੁੱਧਿਸਟ, ਜੈਨਾ ਔਰ ਸਿੱਖ ਬਾਈ ਰਿਲੀਜਨ। ਇਹ ਜਿਵੇਂ ਇਹ ਮੈਰਿਜ ਐਕਟ ਹੈ, ਇੱਥੇ ਸਪੋਜ਼ ਇਹ ਆਨੰਦ ਮੈਰਿਜ ਐਕਟ ਆ ਜਾਵੇ, ਇੱਥੋਂ ਇਹਨੂੰ ਡਿਲੀਟ ਕਰਨਾ ਬਣਦਾ ਨਾਲ ਦੀ ਨਾਲ, ਵੀ ਸਿੱਖ ਇੱਥੋਂ ਕੱਢਤੇ। ਉਹ ਤੋਂ ਬਾਅਦ ਐਕਟ ਪੈਰਲਲ ਚਾਹੇ ਮਤਲਬ, ਕਿਉਂਕਿ ਕੁਝ ਰੀਤੀ ਰਿਵਾਜ ਜਿਹੜੇ ਨੇ ਜੇ ਉਹ ਕਰਨੇ ਆ ਵੀ ਇਹਦੇ ਵਿੱਚ ਲੱਗੇ, ਇਹਦੇ ਵਿੱਚ ਜਾ ਕੇ ਡਿਵੋਰਸ ਵੀ ਅਲੱਗ ਫਾਈਲ ਹੋਵੇ, ਰੈਸਟ ਅਲੱਗ-ਅਲੱਗ। ਦੇਖੋ ਤੁਸੀਂ ਇਹ ਪੜ੍ਹ ਲਓ, ਇਹ ਪੂਰਾ ਡਿਫਾਈਨ ਕਰਦਾ ਸਪਿੰਡਾ ਰਿਲੇਸ਼ਨ ਕੀ ਹੈ, ਫੁੱਲ ਬਲੱਡ ਕੀ ਹੈ, ਅੱਗੇ ਅਲੱਗ-ਅਲੱਗ 2 ਪਰਸਨਸ, ਕੰਡੀਸ਼ਨਸ ਕਿਹੜੀਆਂ ਨੇ। ਇਹ ਕੰਡੀਸ਼ਨਾਂ ਹੀ ਨੇ ਜਿੱਥੇ ਆਪਾਂ ਕਹਿੰਦੇ ਆ ਵੀ 18 ਸਾਲ ਤੋਂ ਮੁੰਡੇ ਦੀ ਕੀਮਤ ਉਮਰ ਘੱਟ ਨਾ ਹੋਵੇ, ਆ ਲਿਖਿਆ। ਇਹ ਸੈਕਸ਼ਨ 5 ਦੱਸਦਾ ਕਿਹੜੀਆਂ ਕੰਡੀਸ਼ਨਾਂ ਨੇ। ਇਹ ਸਾਰਾ ਕੁਝ ਡਿਫਾਈਨ ਉਧਰ ਕਰ ਦੋ, ਕੋਈ ਵੱਡੀ ਗੱਲ ਨਹੀਂ ਹੈਗੀ। 21 ਈਅਰ ਲੜਕੀ ਦੀ ਏਜ ਨਾ ਘੱਟ ਹੋਵੇ, 18 ਸਾਲ ਤੋਂ ਮੁੰਡੇ ਦੀ ਨਾ ਹੋਵੇ ਘੱਟ। ਆਹ ਸੈਰਾਮਨੀਜ਼ ਦੱਸਿਆ ਹੋਇਆ ਵੀ ਸੈਰਾਮਨੀਜ਼ ਜਿਹੜੇ ਵੀ ਪਰਫਾਰਮ ਕਰਦਾ, ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਸੀ, ਇਹ ਕਹਿੰਦਾ ਹਿੰਦੂ ਮੈਰਿਜ ਮੇ ਬੀ solemnized in accordance with the customary rites and ceremonies of either party thereto। ਇੱਥੇ ਜਿਵੇਂ ਲਿਖਿਆ ਹਿੰਦੂ ਮੈਰਿਜ, ਇੱਥੇ ਲਿਖ ਦੇਣਗੇ ਸਿੱਖ ਮੈਰਿਜ ਮੇ ਬੀ solemnized by performing 4 ਲਾਵਾਂ। ਇਹ ਲਿਖ ਦੇਣਗੇ, ਐਕਟ ਬਣ ਜੂਗਾ। ਐਕਟ ਤਾਂ ਪਾਰਲੀਮੈਂਟ ਦੇ ਵਿੱਚ ਸੈਸ਼ਨ ਦੇ ਵਿੱਚ ਜੇ ਬਣਾਉਣਾ ਹੋਵੇ ਪੂਰਾ ਬਣਾ ਦੋ ਨਾ, ਕੋਈ ਵੱਡੀ ਗੱਲ। ਪਰ ਇਹ ਕੌਣ ਲਿਖੂ? 114 ਸਾਲ ਹੋ ਗਏ ਸਾਥੋਂ, ਇੱਕ ਪੇਜ ਤੋਂ ਗਾਣੀ ਵਧਿਆ ਗਿਆ, 2 ਕਲੈਣਾ ਜ਼ਰੂਰ ਪਈਆਂ, ਤਾਂ ਫਿਰ ਤੁਹਾਨੂੰ ਕੀ ਲੱਗਦਾ ਕਮੀ ਕਿੱਥੇ ਹੈ? ਇਹ ਜੇ ਐਕਟ ਕੰਪਲੀਟ ਨਹੀਂ ਹੋ ਸਕਿਆ ਤਾਂ ਦਿੱਕਤ ਕਿੱਥੇ ਆ ਰਹੀ ਆ? ਕਿਉਂਕਿ ਸਾਡੇ ਧਰਮ ਦੇ ਵਿੱਚ ਤਾਂ, ਸ਼ਾਇਦ ਮੈਂ ਗਲਤ ਨਾ ਹੋਵਾਂ ਕਿਉਂਕਿ ਮੈਂ ਐਡਾ ਬੁੱਧੀਜੀਵੀ ਤਾਂ ਨਹੀਂ ਹੈਗਾ, ਤਾਂ ਸ਼ਾਇਦ ਤਲਾਕ ਨੂੰ ਸਾਡੇ ਧਰਮ 'ਚ ਮਾਨਤਾ ਨਹੀਂ ਹੈਗੀ। ਉਹ ਬੜੀ ਵੱਡੀ, ਤਾਂ ਕਰਕੇ ਸ਼ਾਇਦ ਇਹ ਐਕਟ ਫਸ ਗਿਆ ਹੋਵੇ। ਨਹੀਂ, ਉਹ ਏਦਾਂ ਦੀ ਗੱਲ ਨਹੀਂ ਹੈਗੀ। ਏਦਾਂ ਤਾਂ ਮਤਲਬ ਹਿੰਦੂਜ਼ਮ ਦੇ ਵਿੱਚ ਵੀ ਹੈ, ਜਿਵੇਂ ਆਪਾਂ ਮੰਨਦੇ ਆ ਵੀ ਧੁਰੋਂ ਲਿਖੇ ਸੰਜੋਗ ਨੇ ਵੀ ਸੈਕਸ਼ਨ 13 ਹੋਣਾ ਹੀ ਨਹੀਂ ਚਾਹੀਦਾ। ਇਨਸਾਨ ਹੈ ਵੀ ਮਤਲਬ ਇਹ ਡਿਸਪਿਊਟ ਚੱਲਦੇ ਹੀ ਰਹਿੰਦੇ ਨੇ। ਇਹਨਾਂ ਲੈਜਿਸਲੇਚਰ ਨੇ ਇਹ ਸੋਚ ਕੇ ਬਣਾਇਆ ਜੇ ਕੋਈ ਐਕਸੈਪਸ਼ਨ ਆ ਇਹ 'ਚ ਵੀ ਲੱਗ ਜੂਗਾ। ਇਹ ਇੰਟੈਂਸ਼ਨ ਨਹੀਂ ਹੈ, ਫਿਰ ਤਾਂ ਇਹ 'ਚ ਵੀ ਨਾ ਸੈਕਸ਼ਨ 13 ਪੈਂਦਾ। ਜਿਵੇਂ ਹੁਣ ਰਜਿਸਟ੍ਰੇਸ਼ਨ ਮੈਰਿਜ ਦੀ ਗੱਲ ਕਰੀਏ, ਸਿਰਫ ਆਹ ਸੈਕਸ਼ਨ ਨੂੰ ਕਵਰ ਕਰਦਾ ਇਹ ਐਕਟ। ਇਹ ਆਹ ਸੈਕਸ਼ਨ ਮੰਨ ਲਓ ਵੀ ਇਹਦੇ ਵਿੱਚ ਇਹ ਪਾਤਾ ਜਿਹੜਾ ਆਨੰਦ ਮੈਰਿਜ ਐਕਟ ਹੈ, ਮੈਂ ਦੱਸਣਾ ਰੈਸਟੀਟਿਊਸ਼ਨ ਆਫ ਕੰਜੂਨਲ ਰਾਈਟ। ਜੇ ਬੰਦੇ ਨੇ ਕੋਈ ਇੱਕ ਸੈਪਰੇਟ ਹੋ ਗਈ, ਕਈ ਵਾਰ ਵਾਈਫ ਚਲੇ ਜਾਂਦੀ ਹੈ, ਤਾਂ ਸੈਕਸ਼ਨ 9 ਦਾ ਦਾਵਾ ਪੈਂਦਾ ਵੀ ਉਹਨੂੰ ਬੁਲਾ ਕੇ ਘਰ ਬਸਾਓ ਸਾਡਾ। ਇਹ 'ਚ ਕਿੱਥੇ? ਆਨੰਦ ਮੈਰਿਜ ਐਕਟ ਦੇ ਵਿੱਚ ਹੈ ਹੀ ਨਹੀਂ ਇਹ। ਅੱਗੇ ਜੁਡੀਸ਼ੀਅਲ ਸੈਪਰੇਸ਼ਨ, ਕਿਸ 'ਚ ਡਿਸਪਿਊਟ ਰਹਿੰਦਾ ਹੈ, ਜੁਡੀਸ਼ੀਅਲ ਸੈਪਰੇਸ਼ਨ ਤੁਸੀਂ ਫੋਰਨ ਕੰਟਰੀ 'ਚ ਸੁਣਦੇ ਹੋ ਨਾ, ਵੀ ਉੱਥੇ ਪੁਲਿਸ ਕੋਲ ਚਲੇ ਗਏ, ਉਹਨਾਂ ਨੇ ਕਹਿਤਾ ਵੀ ਇੰਨੇ ਰੇਡੀਅਸ ਦੇ ਵਿੱਚ ਵੜੂਗਾ ਨਹੀਂ ਮੁੰਡਾ ਜੇ ਕੋਈ ਲੜਾਈ ਡਿਸਪਿਊਟ ਹੋ ਗਈ। ਜੁਡੀਸ਼ੀਅਲ ਸੈਪਰੇਸ਼ਨ ਦੀ ਪ੍ਰੋਵੀਜ਼ਨ ਵੀ ਜਿਹੜੀ ਹੈ ਕੋਰਟ ਇੱਥੇ ਗ੍ਰਾਂਟ ਕਰਦੀ ਹੈ ਹਿੰਦੂ ਮੈਰਿਜ ਐਕਟ ਦੇ ਵਿੱਚ। ਆਨੰਦ ਮੈਰਿਜ ਹੈ ਨਹੀਂ। ਅੱਗੇ 1 ਮਿੰਟ 'ਚ ਵੋਇਡ ਮੈਰਿਜਸ ਕਿਹੜੀਆਂ ਨੇ ਇਹ ਡਿਫਾਈਨ ਕਰ ਦੇਣ। ਗੱਲ ਕੁਝ ਵੀ ਨਹੀਂ ਜੇ ਕਰਨਾ, ਇੰਟੈਂਸ਼ਨ ਕਲੀਅਰ ਹੋਵੇ। ਆ ਡਿਵੋਰਸ ਆ ਦੇਖੋ 13 ਮੈਂ ਦਿਖਾਉਣਾ ਚਾਹੁੰਦਾ ਸੀ, ਇਹ ਸੇਮ ਐਕਟ ਦੇ ਵਿੱਚ ਸਾਰਾ ਕੁਝ ਡਿਫਾਈਨਡ ਹੈ। ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਮੇਨਟੇਨੈਂਸ ਲਈ ਜਾਣਾ ਹੈ, ਤੁਸੀਂ ਇਹ ਕਹਿਣਾ ਉੱਥੇ ਵੀ ਹਾਂ ਇਹ ਵੈਲਿਡ ਮੈਰਿਜ ਹੈ। ਸਾਰਾ ਕੁਝ ਅਸੀਂ ਡਿਫਾਈਨ ਕਰਦਾ ਜਦੋਂ ਆਪਾਂ ਮੇਨਟੇਨੈਂਸ ਵਾਸਤੇ ਜਾਂਦੇ ਆ, ਸੈਪਰੇਟ ਅੱਗੇ ਕਲੂਜ਼ ਜਾਂ ਤੁਸੀਂ ਪ੍ਰੋਸੀਡ ਕਰਨਾ। ਸੋ ਇਹ ਕੰਪਲੀਟ ਕੋਡ ਨਹੀਂ ਹੈ। ਹਾਂ, ਤੁਸੀਂ ਕੁਐਸਚਨ ਮੇਰੇ ਤੋਂ ਪੁੱਛਿਆ ਸੀ, ਇਸ ਕਰਕੇ ਮੇਰਾ ਕਲੀਅਰ ਕਰਨਾ ਫਰਜ਼ ਬਣਦਾ ਸੀ। ਅੱਛਾ, ਮੰਨ ਲਓ ਆਨੰਦ ਮੈਰਿਜ ਐਕਟ ਦੇ ਤਹਿਤ ਵਿਆਹ ਹੋਇਆ, ਰਜਿਸਟਰਡ ਹੋਇਆ, ਤਾਂ ਕੀ ਜਿਹੜਾ ਤੁਸੀਂ ਇਹ 'ਚ ਕਿਹਾ ਕਿ ਉਹ ਖਰਚੇ ਦੇ ਦਾਅਵੇ ਲਈ ਜਾਂ ਬਾਕੀ ਜਿਹੜੀਆਂ ਨੇ ਕਿਸੇ ਨੇ ਪਟੀਸ਼ਨ ਪਾਉਣੀ ਆ, ਰੱਬ ਨਾ ਕਰੇ ਕੋਈ ਦਿੱਕਤ ਆਉਂਦੀ ਆ, ਤਾਂ ਆਨੰਦ ਮੈਰਿਜ ਐਕਟ ਦੇ ਤਹਿਤ ਜੇ ਕੋਈ ਵਿਆਹ ਰਜਿਸਟਰਡ ਹੋਇਆ ਤਾਂ ਫਿਰ ਉਹ ਇਹਨਾਂ ਜਿਹੜੀਆਂ ਇਹਦੇ 'ਚ ਕੰਡੀਸ਼ਨਸ ਨੇ ਕਿ ਉਹਦੇ ਤੇ ਇੰਪਲੀਮੈਂਟ ਨਹੀਂ ਹੁੰਦੀਆਂ? ਸਰ ਉਹ ਐਕਟ 'ਚ ਡਿਫਾਈਨ ਹੀ ਨਹੀਂ ਕਿਤੇ। ਤੁਸੀਂ ਇਹ 1 ਪੇਜ ਦਾ ਐਕਟ ਹੈ ਔਰ ਇਹਦੇ ਸੈਕਸ਼ਨ ਤੁਸੀਂ ਗਿਣ ਲਓ ਕਿੰਨੇ ਨੇ। ਇੱਕ ਤਾਂ ਐਪਲੀਕੇਬਿਲਿਟੀ ਦਾ ਹੁੰਦਾ ਹੈ, ਮੇਨ ਸੈਕਸ਼ਨ ਇੱਕੋ ਆ, 6 ਸੈਕਸ਼ਨ ਨੇ। ਦੱਸੋ ਤੁਸੀਂ ਇਹਦੇ ਵਿੱਚ ਕੁਝ ਡਿਫਾਈਨ ਹੈ ਹੀ ਨਹੀਂ। ਮੈਂ ਤਾਂ ਇਹ ਗੱਲੇ ਇਹ ਕਹਿਣਾ। ਨਹੀਂ, ਮੇਰਾ ਸਵਾਲ ਉਹ ਕਲੀਅਰ ਨਹੀਂ ਹੋਇਆ। ਜਿਵੇਂ ਜੇ ਮੰਨ ਲਓ ਕਿਸੇ ਨੇ ਇਹਦੇ 'ਚ ਰਜਿਸਟਰਡ ਕਰਵਾ ਲਿਆ ਆਨੰਦ ਮੈਰਿਜ ਐਕਟ ਦੇ ਤਹਿਤ, ਰੱਬ ਨਾ ਕਰੇ ਉਹਨੂੰ ਕੋਰਟ ਜਾਣਾ ਪੈ ਗਿਆ, ਤਾਂ ਕੀ ਅਦਾਲਤ ਉਹਨੂੰ ਇਹਦੇ ਤਹਿਤ ਸੁਣੇਗੀ ਜਾਂ ਫਿਰ
ਉਹਦੇ ਲਈ ਇਹ ਕਿਤੇ ਨਾ ਕਿਤੇ ਸਮੱਸਿਆ ਪੈਦਾ ਹੋ ਜਾਏਗੀ, ਕਿਉਂਕਿ ਰੱਬ ਨਾ ਕਰੇ ਕਿਸੇ ਦੇ ਹੋ ਜਾਏ। ਨਹੀਂ ਦੇਖੋ, ਇਹ ਬੜਾ ਕਲੀਅਰ ਹੈ। ਇਹ ਚ ਮਤਲਬ ਹੋ ਸਕਦਾ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਤੁਹਾਨੂੰ। ਕੋਰਟ ਨੇ ਕੀ ਸੁਣਨਾ ਹੈ, ਜੋ ਕਾਨੂੰਨ ਬਣਿਆ ਉਹਦੇ ਤਹਿਤ ਸੁਣਨਾ ਹੈ। ਸੁਣਨ ਦੇ ਵਿੱਚ ਤੁਸੀਂ ਪੁੱਛਦੇ ਹੋ ਵੀ ਦਿੱਕਤ ਕੋਈ, ਮਤਲਬ ਤੁਸੀਂ ਕਹਿੰਦੇ ਵੀ ਰਜਿਸਟਰ ਮੈਰਿਜ, ਇਹ ਤਾਂ ਸਿਰਫ ਰਜਿਸਟ੍ਰੇਸ਼ਨ ਹੈ, ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਹੈ। ਬਾਕੀ ਜਿਹੜਾ ਗਵਰਨ ਕਰਨਾ ਵੀ ਕੀ ਇਹ ਵੋਇਡ ਮੈਰਿਜ ਹੈ, ਕੀ ਇਹ ਵੋਇਡੇਬਲ ਮੈਰਿਜ ਹੈ। ਵੋਇਡ ਹੁੰਦੀ ਹੈ ਵੀ ਮਤਲਬ ਸਪੋਜ਼ 18 ਸਾਲ ਬੰਦਾ ਮੈਂਟਲੀ ਕੰਡੀਸ਼ਨ ਉਹਦੀ ਠੀਕ ਨਹੀਂ ਸੀ, ਇੱਕ ਕੰਡੀਸ਼ਨ ਹੈ ਨਾ, ਜਾਂ ਬਲੱਡ ਰਿਲੇਸ਼ਨ ਦੇ ਵਿੱਚ ਸੀ, ਜਾਂ ਇਹ ਵੀ ਇੱਕ ਕੰਡੀਸ਼ਨ ਹੈ ਵੀ 18 ਸਾਲ ਤੋਂ ਥੱਲੇ ਹੈ, 21 ਸਾਲ ਤੋਂ ਛੋਟਾ ਹੈ, ਉਹ ਤਾਂ ਹਿੰਦੂ ਮੈਰਿਜ ਐਕਟ ਚੋਂ ਹੀ ਕੋਰਟ ਨੇ ਪੜ੍ਹਨਾ। ਇਹਦੇ ਵਿੱਚੋਂ ਹੈ ਹੀ ਨਹੀਂ, ਜਦੋਂ ਪੜ੍ਹਨਾ ਹੀ ਨਹੀਂ। ਇਸ ਕਰਕੇ ਇਹ ਚ ਦੁਵਿਧਾ ਸੁਣਵਾਈ ਤਾਂ ਹੋ ਜਾਏਗੀ, ਪਰ ਉਹ ਹਿੰਦੂ ਮੈਰਿਜ ਐਕਟ ਦੇ ਤਹਿਤ ਹੋਏਗੀ। ਉਹੀ ਕਹਿ ਰਿਹਾ ਮੈਂ, ਸਾਰੀ ਸੁਣਵਾਈ। ਜੇ ਡਿਵੋਰਸ ਦੇਣਾ ਤਾਂ ਡਿਵੋਰਸ ਦਾ ਵੀ ਜਿਹੜਾ ਪ੍ਰਾਵਧਾਨ ਹੈ ਉਹ ਹਿੰਦੂ ਮੈਰਿਜ ਐਕਟ ਨੇ ਹੀ ਪ੍ਰੋਵਾਈਡ ਕਰਿਆ, ਹਿੰਦੂ ਮੈਰਿਜ ਐਕਟ ਦੇ ਵਿੱਚ ਹੀ ਹੋਣਾ ਉਹ। ਅੱਛਾ, ਜੇ ਆਨੰਦ ਮੈਰਿਜ ਐਕਟ ਦੇ ਤਹਿਤ ਵਿਆਹ ਹੋ ਗਿਆ ਤਾਂ ਡਿਵੋਰਸ ਉਹ ਲੈ ਸਕਦਾ ਹੈ? ਲੈ ਇਹਦੇ ਚ ਹੋਏਗਾ, ਇਹ ਚ ਹੀ ਲੈਣਾ ਹੈ। ਹਿੰਦੂ ਮੈਰਿਜ ਐਕਟ ਤਾਂ ਸਿਰਫ ਤੁਸੀਂ ਇਹ ਸਮਝੋ ਇੱਕ ਰਜਿਸਟ੍ਰੇਸ਼ਨ ਸਰਟੀਫਿਕੇਟ ਦੇਣ ਵਾਸਤੇ ਆ, ਇਸ ਤੋਂ ਜ਼ਿਆਦਾ ਕੁਝ ਨਹੀਂ। ਕਿਉਂਕਿ ਵੈਲਿਡ ਕੌਣ ਕਰ ਰਿਹਾ, ਜਿਹੜਾ ਸੈਕਸ਼ਨ 5 ਹੈ ਜਾਂ 7 ਹੈ, ਉਹ ਲੈ ਸਕਦਾ ਨਾ। ਆਨੰਦ ਮੈਰਿਜ ਐਕਟ ਵਾਲਾ ਡਿਵੋਰਸ ਹਿੰਦੂ ਮੈਰਿਜ ਐਕਟ ਚ ਲੈ ਸਕਦਾ। ਮੈਂ ਉਹੀ ਗੱਲ ਕਰਦਾ, ਮੈਂ ਬਿਲਕੁਲ ਇਹਦੇ ਵਿੱਚ ਹੀ ਲਊਗਾ। ਲੈ ਸਕਦੇ ਦੀ ਗੱਲ ਨਹੀਂ। ਜੇ ਉਹਨੇ ਡਿਵੋਰਸ ਲੈਣਾ ਉਹਦਾ ਆਨਸਰ ਹੈ ਲਊਗਾ ਸਿਰਫ ਤੇ ਸਿਰਫ ਕਿਹਦੇ ਵਿੱਚ, ਹਿੰਦੂ ਮੈਰਿਜ ਐਕਟ ਦੇ ਵਿੱਚ। ਹੋਰ ਕੋਈ ਪ੍ਰਾਵਧਾਨ ਹੀ ਨਹੀਂ ਉਹਦੇ ਕੋਲੇ ਕੋਈ। ਜੇ ਉਹਨੇ ਰੈਸਟੀਟਿਊਸ਼ਨ ਆਫ ਕੰਜੂਨਲ ਰਾਈਟ ਲਈ ਜਾਣਾ, ਜੁਡੀਸ਼ੀਅਲ ਸੈਪਰੇਸ਼ਨ ਲਈ ਜਾਣਾ, ਜਾਂ ਮੈਰਿਜ ਨੂੰ ਵੋਇਡ, ਨਲ ਜਾਂ ਹੋਰ ਡਿਕਲੇਅਰ ਕਰਾਉਣਾ, ਉਹ ਸਿਰਫ ਤੇ ਸਿਰਫ ਹਿੰਦੂ ਮੈਰਿਜ ਐਕਟ 'ਚ ਜਾਊਗਾ। ਹੋਰ ਉਹਦੇ ਕੋਲ ਪ੍ਰਾਵਧਾਨ ਹੀ ਨਹੀਂ ਹੈ ਕੋਈ। ਅੱਛਾ, ਹੁਣ ਆਪਾਂ ਦੂਜੇ ਪਾਸੇ ਆਈਏ, ਥੋੜਾ ਪੋਜ਼ਿਟਿਵਿਟੀ ਵਾਲੇ ਪਾਸੇ ਆਈਏ। ਆਪਾਂ ਕਮੀਆਂ ਪੇਸ਼ੀਆਂ ਵਾਲੇ ਪਾਸੇ ਆਵਾ ਚਲੇ ਗਏ। ਚੰਡੀਗੜ੍ਹ ਦੇ ਵਿੱਚ ਲਾਗੂ ਹੋਇਆ ਹਾਲੇ ਕੁਝ ਦਿਨ ਹੀ ਹੋਏ ਆ, ਤੁਹਾਡੀ ਜਾਣਕਾਰੀ ਚ ਆਇਆ ਰਜਿਸਟ੍ਰੇਸ਼ਨ ਹੋਣ ਲੱਗੀ। ਔਰ ਪੰਜਾਬ ਦੇ ਵਿੱਚ ਜਿੱਥੇ ਕਈ ਸਾਲ ਹੋ ਗਏ ਲਾਗੂ ਹੋਏ ਨੂੰ, ਪੰਜਾਬ ਦੇ ਵਿੱਚ ਇਹਦੀ ਦਰ ਕੀ ਹੈ? ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਅਫਸਰਾਂ ਲੈਵਲ ਤੇ ਜਾਂ ਤਹਿਸੀਲ ਲੈਵਲ ਤੇ ਇਹਦੀ ਲੋਕਾਂ ਨੂੰ ਇਨਫੋਰਮੇਸ਼ਨ ਲੋਕ ਕਰਵਾ ਰਹੇ ਨੇ, ਦਰਜ ਹੋ ਰਹੀਆਂ ਨੇ, ਅੰਕੜਾ ਉਸੇ ਆਪਣੀ ਆਬਾਦੀ ਦੇ ਰਫ਼ਤਾਰ ਤੇ ਹੈ ਜਾਂ ਡਾਵਾਂਡੋਲ ਹੈ? ਦੇਖੋ, ਇਹ ਵੈਸੇ ਕੁਐਸਚਨ ਇਹ ਜਿਹੜਾ ਤੁਸੀਂ ਮੇਰੇ ਤੋਂ ਪੁੱਛਿਆ, ਯੈਸ, ਇਹ ਪ੍ਰਸ਼ਾਸਨ ਦਾ ਕੁਐਸਚਨ ਹੈ, ਕਿਉਂਕਿ ਉਹ ਦੱਸ ਸਕਦੇ ਆ ਕਿੰਨੀਆਂ ਮੈਰਿਜਸ ਰਜਿਸਟਰ ਹੋ ਗਈਆਂ। ਮੈਂ ਇੱਕ ਗੱਲ ਕਲੀਅਰ ਕਰ ਦਿੰਦਾ, ਜਦੋਂ ਅਮੈਂਡਮੈਂਟ 2012 ਚ ਹੋਈ ਹੈ ਉਦੋਂ ਵਰਡ ਸ਼ੈਲ ਯੂਜ਼ ਕਰਿਆ। ਸ਼ੈਲ ਦਾ ਮਤਲਬ ਵੀ ਕਰਨਾ ਹੀ ਕਰਨਾ ਹੈ। ਯੂਟੀਜ਼ ਨੇ ਤੇ ਸਟੇਟ ਗਵਰਨਮੈਂਟਸ ਨੇ ਕੀ ਕਿਹਾ ਸੀ ਵੀ ਰੂਲ ਬਣਾ ਕੇ ਜਿਹੜੀ ਸਿੱਖ ਰਿਲੀਜਨ ਦੇ ਅਕੋਰਡਿੰਗਲੀ, ਸਿੱਖ ਸੈਰਾਮਨੀਜ਼ ਦੇ ਅਕੋਰਡਿੰਗਲੀ 4 ਲਾਵਾਂ ਦੇ ਨਾਲ ਕਿਸੇ ਦੀ ਮੈਰਿਜ ਹੁੰਦੀ ਹੈ, ਉਹਦੀ ਰਜਿਸਟ੍ਰੇਸ਼ਨ ਆਨੰਦ ਮੈਰਿਜ ਐਕਟ ਵਿੱਚ ਹੋਊਗੀ। ਇਸ ਅਕੋਰਡਿੰਗਲੀ ਯੂਟੀ ਨੇ ਵੀ ਹੁਣ, ਯੂਟੀ ਨੇ ਕੋਈ ਇਹ ਨਹੀਂ ਐਕਟ ਬਣਾਇਆ ਉਹਨੂੰ, ਕਿਉਂਕਿ ਇੱਕ ਮੈਂ ਪੜ੍ਹ ਰਿਹਾ ਸੀ ਵੀ ਫੈਬਰੂਰੀ 2023 ਵਿੱਚ ਸੁਪਰੀਮ ਕੋਰਟ 'ਚ ਡਾਇਰੈਕਸ਼ਨ ਪਟੀਸ਼ਨ ਕਿਸੇ ਨੇ ਬਿੱਲ ਪਾਈ ਹੈ ਵੀ ਇਹਨਾਂ ਨੂੰ ਡਾਇਰੈਕਸ਼ਨ ਤਾਂ ਕਰੋ, ਜਿੰਨਾ ਕੁ ਹੋਇਆ ਉਨਾ ਕਿਤੇ ਲਾਗੂ ਕਰ ਦਿਓ। ਤੇ ਹੁਣ ਉਸ ਅਕੋਰਡਿੰਗਲੀ ਇਹਨਾਂ ਨੇ ਨੋਟੀਫਿਕੇਸ਼ਨ ਕਰਕੇ ਸ਼ੁਰੂ ਕਰਤਾ। ਉਹੀ ਪੋਰਟਲ ਪੰਜਾਬ ਦੇ ਵਿੱਚ ਕਿੰਨੀਆਂ ਮੈਰਿਜਸ ਰਜਿਸਟਰ ਹੋ ਗਈਆਂ ਐਜ਼ ਇਟ ਇਜ਼ ਮੇਰੇ ਕੋਲ ਕੋਈ ਡਾਟਾ ਨਹੀਂ। ਹਾਂ, ਇੰਪਲੀਮੈਂਟ ਇਹ ਆਲ ਓਵਰ ਕੰਟਰੀ 'ਚ ਹੋ ਗਿਆ। ਇੱਕ ਚੀਜ਼ ਤੁਸੀਂ ਕਿਹਾ ਕਿ ਉਹ ਕਰੂਗਾ, ਕਿ ਜੇ ਕੋਈ ਜਾ ਕੇ ਕਹੇਗਾ ਜੀ ਮੇਰੀ ਆਨੰਦ ਮੈਰਿਜ ਐਕਟ ਦੇ ਤਹਿਤ ਕਰੋ, ਉਹ ਤਦੇ ਹੋਣੀ ਹੈ, ਜਾਂ ਫਿਰ ਕਿਤੇ ਨਾ ਕਿਤੇ ਡਿਪਾਰਟਮੈਂਟ ਲੈਵਲ ਤੇ ਵੀ ਤੁਹਾਨੂੰ ਲੱਗਦਾ ਹੈ ਕਿ ਡਾਇਰੈਕਸ਼ਨ ਉਧਰ ਗਈ ਹੈ? ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੋ ਸਿੱਖ ਧਰਮ ਲਿਖਿਆ ਹੋਇਆ, ਤਾਂ ਇਹ ਤੁਹਾਨੂੰ ਕਮੀ ਲੱਗਦੀ ਕਿਤੇ, ਜਾਂ ਫਿਰ ਇਹ ਚ ਕਨਫਿਊਜ਼ਨ ਕਿੱਥੇ ਹੈ? ਦੇਖੋ, ਮੈਂ ਤੁਹਾਡੀ ਕੁਐਸਚਨ ਬੜੀ ਜੋ ਸਮਝ ਪਾਇਆ ਉਹ ਇਹ ਸਮਝਿਆ ਕਿ ਵੀ ਕੀ ਜਿਹੜਾ ਬੰਦਾ ਜਾਊਗਾ ਪੱਗ ਬੰਨ ਕੇ, ਹੁਣ ਕਈ ਲੋਕ ਸਿਰੋਂ ਮੋਨੇ ਆ, ਉਹਦਾ ਨਹੀਂ ਪਤਾ ਲੱਗਦਾ, ਆਫੀਸਰ ਨੂੰ ਵੀ ਪਤਾ ਨਹੀਂ ਲੱਗਦਾ। ਇਹ ਕਿਉਂਕਿ ਜਿਹੜਾ ਹਿੰਦੂ ਮੈਰਿਜ ਐਕਟ ਹੈ ਉਹ ਇਹ ਵੀ ਕਹਿੰਦਾ ਹੈ ਈਦਰ ਆਫ ਦੀ ਪਾਰਟੀ ਦੀਆਂ ਸੈਰਾਮਨੀਜ਼ ਦੇ ਅਕੋਰਡਿੰਗਲੀ ਮੈਰਿਜ ਹੋ ਸਕਦੀ ਹੈ। ਸਪੋਜ਼ ਇੱਕ ਬੰਦਾ ਸਿੱਖ ਹੈ, ਇੱਕ ਜਿਹੜੀ ਉਹਦੀ ਵਾਈਫ ਹੈ ਉਹ ਹਿੰਦੂ ਹੈ, ਜਾਂ ਤਾਂ ਉਹ 7 ਫੇਰੇ ਲੈ ਲਵੇ ਜਾਂ ਉਹ 4 ਲਾਵਾਂ ਲੈ ਲਵੇ, ਦੋਹੇ ਵੈਲਿਡ ਨੇ ਉਹਨਾਂ ਲਈ। ਮੇਰੀ ਗੱਲ ਸਮਝ ਗਏ? ਹੁਣ ਜਿਹੜਾ ਆਫੀਸਰ ਕੋਲ ਜਾਣਾ, ਜੇ ਉਹ ਮੋਨਾ ਚਲਾ ਗਿਆ, ਕਲੀਨ ਸ਼ੇਪ ਚਲਾ ਗਿਆ, ਜੇ ਤਾਂ ਉਹ ਪੱਗ ਬੰਨ ਕੇ ਚਲਾ ਗਿਆ, ਫਿਰ ਤਾਂ ਹੋ ਸਕਦਾ ਆਫੀਸਰ ਦੀ ਕੋਈ ਦਿਮਾਗ 'ਚ ਆ ਜਾਏ ਵੀ ਯਾਰ ਤੂੰ ਆਨੰਦ ਮੈਰਿਜ ਐਕਟ 'ਚ ਕਰਵਾ ਲਾ। ਜੇ ਹੁਣ ਚਲਾ ਹੀ ਉਹ ਏਦਾਂ ਗਿਆ, ਉਹ ਨਹੀਂ ਕਰਦਾ। ਇਸ ਕਰਕੇ ਸਾਨੂੰ ਵੀ ਅਵੇਅਰ ਹੋਣ ਦੀ ਲੋੜ ਹੈ, ਤੇ ਤੁਸੀਂ ਜਰੂਰ ਜਾ ਕੇ ਜਿੱਥੇ ਕੋਈ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦਾ, ਤੁਸੀਂ ਮੈਰਿਜ ਆਪਣੀ ਸਿੱਖ ਮੈਰਿਜ ਆਨੰਦ ਮੈਰਿਜ ਐਕਟ ਦੇ ਵਿੱਚ ਕਰਾਉਣੀ ਚਾਹੀਦੀ ਹੈ। ਇਹਦੀ ਵੈਲਿਡਿਟੀ ਤੇ ਕੋਈ ਸ਼ੰਕਾ ਨਹੀਂ। ਜਦੋਂ 2012 ਦੇ ਵਿੱਚ ਪ੍ਰੈਜ਼ੀਡੈਂਟ ਨੇ ਅਸੈਂਟ ਇਹਨੂੰ ਅਪਰੂਵ ਕਰਤਾ, ਇਹਦੇ ਕੋਲ ਇਕੁਅਲ ਪਾਵਰ ਹੈ, ਸੈਂਟਰਲ ਐਕਟ ਇਹ ਬਣ ਚੁੱਕਿਆ। ਜਿਹੜੇ ਰੂਲ ਬਣਾਉਣੇ ਆ ਉਹ ਸਟੇਟ ਗਵਰਨਮੈਂਟ ਨੇ ਆਲਰੇਡੀ ਬਣਾ ਦਿੱਤੇ ਨੇ, ਯੂਟੀ ਨੇ ਵੀ ਬਣਾ ਦਿੱਤੇ ਨੇ, ਉਹ ਸਟਾਰਟ ਹੋ ਗਿਆ। ਉਹ ਮੈਂ ਸੁਣ ਰਿਹਾ ਸੀ ਡਿਪਟੀ ਕਮਿਸ਼ਨਰ ਦੀ ਸਟੇਟਮੈਂਟ, ਉਹ ਕਹਿੰਦਾ ਬਹੁਤ ਲੋਕ ਆ ਰਹੇ ਨੇ ਸਾਡੇ ਕੋਲ ਰਜਿਸਟਰ ਕਰਾਉਣ ਲਈ, ਆਨਲਾਈਨ ਪੋਰਟਲ ਤੇ ਵੀ ਪਾ ਦਾਂਗੇ।
ਸੋ ਇਹ ਪ੍ਰੈਜ਼ੈਂਟ ਸਿਚੁਏਸ਼ਨ ਹੈ। ਯਾਨੀ ਦੋਨੇ ਪਾਸੇ ਧਿਆਨ ਦੇਣ ਦੀ ਲੋੜ ਹੈ, ਅਵੇਅਰਨੈਸ ਦੀ ਵੀ ਲੋੜ ਹੈ ਤੇ ਆ ਇੱਕ ਪੇਜ ਦੇ ਨਾਲ ਥੋੜੇ ਜਿਹੇ ਪੇਜ ਹੋਰ ਲਾਉਣ ਦੀ ਲੋੜ ਹੈ। ਬਹੁਤ ਪੇਜ ਬਣੇ ਇੱਕ ਹੋਰ ਦੱਸਦਾ ਮੈਂ ਇੰਟਰਸਟਿੰਗਲੀ, ਬਹੁਤ ਕੁਝ ਬਣਿਆ ਹੋਇਆ। ਇੱਕ ਤਾਂ ਹੁੰਦਾ ਨਵੇਂ ਸਿਰਿਓਂ ਬਣਾਉਣਾ, ਬਹੁਤ ਸੋਰਸਸ ਨੇ ਗਵਰਨਮੈਂਟ ਕੋਲ, ਬੜੇ ਵਕੀਲ ਨੇ, ਸਿਆਣੇ ਵਕੀਲ ਨੇ, ਜੇ ਕਹਿਣ ਰਾਤੋਂ ਰਾਤ ਐਕਟ ਬਣ ਸਕਦਾ। ਇਹਦੇ ਤੇ ਪਹਿਲਾਂ ਵੀ ਵਰਕ ਹੋ ਚੁੱਕਿਆ। ਇਫ ਆਈ ਐਮ ਨਾਟ ਰੋਂਗ, ਡਾਕਟਰ ਦਲਜੀਤ ਸਿੰਘ ਨੇ, ਬੜੇ ਰਿਸਪੈਕਟੇਬਲ ਨੇ, ਉਹਨਾਂ ਨੇ ਬੜਾ ਇਹਦੇ ਤੇ ਵਰਕ ਕੀਤਾ ਸੀ। ਆਈ ਨੋ ਇਟ ਵੈਰੀ ਵੈਲ ਕਿ ਵੀ ਇਹ ਪੂਰਾ ਕੋਡ ਬਣੇ। ਉਦੋਂ ਪਤਾ ਨਹੀਂ ਕਿਉਂ ਨਹੀਂ ਬਣ ਪਾਇਆ, ਤੇ ਮੈਂ ਤੁਸੀਂ ਕੁਐਸਚਨ ਅੱਜ ਪੁੱਛ ਲਿਆ, ਉਹ ਮੈਂ ਕਲੀਅਰ ਕਰਤਾ। ਤਾਂ ਕਹਿੰਦੇ ਨੇ ਜੀ ਇੱਕ ਜਿਹੜੀ ਮੇਨ ਚੀਜ਼ ਹੈ, ਦੇਖੋ ਐਕਟ ਕਹਿੰਦੇ ਹਲੇ ਕੰਪਲੀਟ ਨਹੀਂ ਹੈ, ਐਕਟ ਸਿਰਫ ਇੱਕ ਪੇਜ ਦਾ ਐਕਟ ਹੈ, ਉਹਦੇ ਤੇ ਕੰਮ ਕਰਨ ਦੀ ਲੋੜ ਹੈ। ਤੇ ਦੂਜਾ, ਆਨੰਦ ਮੈਰਿਜ ਐਕਟ ਦੇ ਤਹਿਤ ਜੇ ਵਿਆਹ ਰਜਿਸਟਰਡ ਕਰਾਇਆ ਜਾਂਦਾ ਤਾਂ ਭਾਈ ਸਿੱਧੀ ਜੀ ਗੱਲ ਹੈ, ਕਹਿੰਦੇ ਕਿ ਜੇ ਅੰਬੈਸੀ ਤੁਸੀਂ ਆਪਦਾ ਉਹ ਸਰਟੀਫਿਕੇਟ ਵਰਤਣਾ ਚਾਹੁੰਦੇ ਆ ਤਾਂ ਉੱਥੇ ਤੁਹਾਡਾ ਉਹ ਲਾਗੂ ਮੰਨਿਆ ਜਾਵੇਗਾ, ਉੱਥੇ ਉਸ ਨੂੰ ਮਾਨਤਾ ਦਿੱਤੀ ਗਈ ਹੈ। ਔਰ ਜ਼ਿਆਦਾਤਰ ਇੱਥੇ ਲੋੜ ਹੁੰਦੀ ਹੈ। ਸ਼ਾਇਦ ਇਹ ਇਸ ਤਰ੍ਹਾਂ ਦੇ ਕਈ ਸ਼ੰਕੇ ਸੀ ਜਿਨ੍ਹਾਂ ਨੂੰ ਲੈ ਕੇ ਲੋਕ ਆਨੰਦ ਮੈਰਿਜ ਐਕਟ ਦੇ ਤਹਿਤ ਆਪਦਾ ਵਿਆਹ ਰਜਿਸਟਰਡ ਕਰਾਉਣ ਦੇ ਵਿੱਚ ਕਿਤੇ ਨਾ ਕਿਤੇ ਕਨਫਿਊਜ਼ ਰਹਿੰਦੇ ਸੀ, ਤਾਂ ਉਹ ਬਿਲਕੁਲ ਕਨਫਿਊਜ਼ਨ ਕਲੀਅਰ ਕੀਤੀ ਹੈ। ਪਰ ਐਕਟ ਦੇ ਵਿੱਚ ਜਿਹੜੀਆਂ ਕਮੀਆਂ ਨੇ, ਜਿਹੜਾ ਅੱਧਾ ਅਧੂਰਾ ਦੱਸਿਆ ਜਾ ਰਿਹਾ, 1909 ਤੋਂ ਲੈ ਕੇ 114 ਸਾਲ ਦੇ ਕਰੀਬ ਹੋ ਗਿਆ, ਇੱਕ ਪੇਜ ਦੇ ਨਾਲ ਹਲੇ ਹੋਰ ਪੇਜ ਨਹੀਂ ਲੱਗ ਸਕੇ, ਤਾਂ ਉਹਦੇ ਤੇ ਕਹਿੰਦੇ ਨੇ ਕੰਮ ਕਰਨ ਦੀ ਲੋੜ ਹੈ। ਪਰ ਹਾਂ, ਆਨੰਦ ਮੈਰਿਜ ਐਕਟ ਦੇ ਤਹਿਤ ਵਿਆਹ ਤੁਹਾਡਾ ਤੁਸੀਂ ਜਾ ਕੇ ਕਹੋਗੇ ਤਾਂ ਰਜਿਸਟਰਡ ਹੋਵੇਗਾ ਔਰ ਉਸ ਨੂੰ ਪੂਰੀ ਦੀ ਪੂਰੀ ਮਾਨਤਾ ਮਿਲੇਗੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਜਾਣਕਾਰੀ ਦੇ ਨਾਲ ਕਾਫੀ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ। ਫਿਲਹਾਲ ਮੇਰੇ ਸਹਿਯੋਗੀ ਕੈਮਰਾਮੈਨ ਰਜਿੰਦਰ ਕੁਮਾਰ ਤੇ ਮੈਨੂੰ ਨੁਪਿੰਦਰ ਸਿੰਘ ਬਰਾੜ ਨੂੰ ਦਿਓ ਇਜਾਜ਼ਤ। ਧੰਨਵਾਦ। ਡਾਕਟਰ ਸਾਹਿਬ, ਜਿਹੜਾ ਹਾਈਵੇ ਵਾਲਾ ਕੇਸ ਜਿਹੜਾ ਲੱਗਿਆ ਹੋਇਆ ਸੀ, ਉਹ ਕੇਸ ਕਿੱਥੇ ਪਹੁੰਚਿਆ ਔਰ ਉਸ ਕੇਸ ਦੇ ਵਿੱਚ ਇਸ ਵੇਲੇ ਚੱਲ ਕੀ ਰਿਹਾ? ਅਸਲ ਜਿਹੜਾ ਮਤਲਬ ਇਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਲਈ ਜ਼ਮੀਨ ਅਕਵਾਇਰ ਹੋ ਰਹੀ ਹੈ, ਉਸ ਤੇ ਲੁਧਿਆਣਾ ਵੈਸਟ ਦੇ 7 ਪਿੰਡਾਂ ਦੇ ਕੇਸ ਅੱਜ ਲੱਗੇ ਹੋਏ ਸੀ ਪਹਿਲੇ ਦਿਨ। ਔਰ ਉਸ ਦੇ ਵਿੱਚ ਡਿਟੇਲਡ ਹੀਅਰਿੰਗ ਤੋਂ ਬਾਅਦ ਆਨਰੇਬਲ ਡਿਵੀਜ਼ਨ ਬੈਂਚ ਨੇ ਨੋਟਿਸ ਕੋ ਸਟੇ ਕੀਤਾ। ਔਰ ਇਹ ਜਿਹੜੇ ਮੈਟਰ ਨੇ, ਜ਼ਿਮੀਦਾਰ ਇਹ ਚ ਬੜੀ ਡਿਟੇਲ ਚ ਮੰਗ ਕਰ ਰਹੇ ਨੇ ਕਿ ਜੋ ਡਿਊਟੀ ਨੈਸ਼ਨਲ ਹਾਈਵੇ ਦੀ ਬਣਦੀ ਸੀ ਉਹਨੂੰ ਸਰਾਸਰ ਦਰਕਨਾਰ ਕਰਕੇ ਘੱਟ ਰੇਟਾਂ ਤੇ ਜਿਹੜੀ ਜ਼ਮੀਨ ਹੈ ਇਹ ਅਕਵਾਇਰ ਕੀਤੀ ਜਾ ਰਹੀ ਹੈ। SIA ਤੇ RPF ਬਣਾਉਣ ਵਾਸਤੇ ਇਹਨਾਂ ਨੇ ਖੁਦ ਅੰਡਰਟੇਕਿੰਗ ਦਿੱਤੀ ਹੋਈ ਹੈ, ਆਪਣੇ ਵਚਨ ਦਿੱਤੇ ਨੇ ਜਦੋਂ ਇਹਨਾਂ ਨੇ এনवायरमेंट ਕਲੀਅਰੈਂਸ ਲਈ ਹੈ। ਜੇ SIA ਤੇ RPF ਡਿਟੇਲ ਚ ਕਰਨਗੇ ਤੇ ਉਹਨੂੰ ਇੰਪਲੀਮੈਂਟ ਕਰਨਗੇ ਗਰਾਊਂਡ ਲੈਵਲ ਤੇ, ਫਿਰ ਘਰ ਦੇ ਬਦਲੇ ਘਰ ਵੀ ਦੇਣਾ ਪੈਣਾ, ਕਿਉਂਕਿ ਐਕਟ ਵੀ ਇਹ ਗੱਲ ਕਹਿੰਦਾ ਜੇ ਕੋਈ ਕਿਸੇ ਦਾ ਮਤਲਬ ਮੋਟਰ ਕੋਠਾ ਆ ਰਿਹਾ ਤਾਂ ਉਹਨੂੰ ਮੋਟਰ ਲਾ ਕੇ ਦੇਣੀ, ਅੰਡਰਗਰਾਉਂਡ ਪਾਣੀ ਦਾ ਪ੍ਰਾਵਧਾਨ ਦੇਣਾ। ਔਰ ਸਭ ਤੋਂ ਇੰਪੋਰਟੈਂਟ ਆਸਪੈਕਟ ਜਿਹੜਾ ਸੀ ਉਹ ਸੀ ਜਿਹੜਾ ਇਹਨਾਂ ਨੇ ਜਿਹੜੀ ਪ੍ਰਾਪਰਟੀ ਅਕਵਾਇਰ ਕੀਤੀ ਹੈ, ਜਿਸ ਦਿਨ ਤੋਂ ਐਕੁਜੀਸ਼ਨ ਸਟਾਰਟ ਹੋਈ ਹੈ ਉਸ ਦਿਨ ਜੋ ਮਾਰਕੀਟ 'ਚ ਰੇਟ ਚੱਲਦਾ ਸੀ, ਜਿਵੇਂ ਕਿਸੇ ਨੇ ਆਪਣੀ ਜ਼ਮੀਨ ਵੇਚਣੀ ਹੈ ਉਹ ਪ੍ਰਾਪਰਟੀ ਡੀਲਰ ਦੱਸ ਸਕਦਾ ਵੀ ਇਹਦਾ ਪ੍ਰੀਵੈਲੈਂਟ ਰੇਟ ਕੀ ਹੈ। ਉਹ ਸੈਕਸ਼ਨ 26 ਉਹ ਕਹਿੰਦਾ ਵੀ ਉਹਦੀ ਡਿਊਟੀ ਬਣਦੀ ਸੀ ਜਿਹੜੀ ਕੀਤੀ ਉਹ ਨਹੀਂ ਗਈ। ਪਹਿਲਾਂ ਪ੍ਰਾਈਸ ਫਿਕਸੇਸ਼ਨ ਕਮੇਟੀ ਬਣਦੀ ਸੀ ਇਹ ਐਕਟ ਤੋਂ ਪਹਿਲਾਂ। ਔਰ 2012 ਦੇ ਵਿੱਚ ਜਦੋਂ ਐਕੁਜੀਸ਼ਨ ਨੈਸ਼ਨਲ ਹਾਈਵੇ ਨੇ ਸੰਗਰੂਰ ਡਿਸਟ੍ਰਿਕਟ ਦੀ ਵੀ ਕੀਤੀ ਸੀ, ਉਦੋਂ 1.5 ਕਰੋੜ ਤੇ 1 ਕਰੋੜ 20 ਲੱਖ ਰੁਪਇਆ ਕੀਮਤ ਰੱਖੀ ਸੀ, ਜਿਹਦੇ ਉੱਤੇ ਫਿਰ 30% ਸਲੇਸ਼ਮ ਲੱਗਿਆ ਸੀ। ਜਿਹੜਾ ਨਵਾਂ ਐਕਟ ਬਣਿਆ ਹੈ ਉਹਦੇ ਵਿੱਚ ਤਾਂ ਇੱਕੋ ਇੱਕ ਮੋਟਿਵ ਤੇ ਆਬਜੈਕਟ ਰਿਹਾ ਹੈ, ਜਿਹੜੀ ਕਾਨੂੰਨ ਜਿਹਨੇ ਸਾਡਾ ਬਣਾਇਆ ਸਟੈਂਡਿੰਗ ਕਮੇਟੀ ਨੇ, ਕਿ ਮੈਕਸਿਮਮ ਤੋਂ ਮੈਕਸਿਮਮ ਕਿਵੇਂ ਮੁਆਵਜ਼ਾ ਦਿੱਤਾ ਜਾ ਸਕੇ। ਇਹ ਹੁਣ ਪ੍ਰਾਪਰਟੀ ਦਾ ਰੇਟ ਰਹਿ ਰਿਹਾ ਕੋਈ ਤੇ 15 ਲੱਖ, ਇੱਕ ਜਗ੍ਹਾ ਦਾ 6.5 ਲੱਖ ਲਿਆ ਇੱਕ ਹੋਰ ਸਟ੍ਰੈਚ ਦੇ ਉੱਤੇ। ਇਹ ਸਰੇਆਮ ਲੋਕਾਂ ਨਾਲ ਧੱਕਾ ਹੈ। ਔਰ ਇਹ ਪਟੀਸ਼ਨ ਦੇ ਵਿੱਚ ਪਟੀਸ਼ਨਰ ਕਰਤਾਵਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਇਹ ਪੂਰੀ ਦੀ ਪੂਰੀ ਐਕੁਜੀਸ਼ਨ ਤੋੜ ਕੇ ਨਵੇਂ ਸਿਰੇ ਤੋਂ ਕਾਨੂੰਨ ਦੇ ਅਕੋਰਡਿੰਗ ਕੀਤੀ ਜਾਵੇ। ਔਰ ਇੱਕ ਹਾਂ ਮੈਂ ਗੱਲ ਕਲੀਅਰ ਕਰ ਦੇਣੀ ਚਾਹੁੰਦਾ, ਜਿਹੜਾ ਜੰਮੂ ਐਂਡ ਕਸ਼ਮੀਰ ਦੇ ਨਾਲ ਇਹ ਪੰਜਾਬ ਦੇ ਥਰੂ ਹੀ ਰਾਬਤਾ ਹੋਣਾ। ਤੁਹਾਡੀ ਪ੍ਰਾਪਰਟੀ ਦੀ ਕੀਮਤ ਅਗਰ 5 ਕਰੋੜ ਹੈ ਤਾਂ ਉਹਦਾ 4 ਗੁਣਾ ਤੁਹਾਨੂੰ 20 ਕਰੋੜ ਦੇ ਕੇ ਇਹਨਾਂ ਨੂੰ ਬਣਾਉਣੀ ਪੈਣੀ ਹੈ। ਇਹਨਾਂ ਕੋਲ ਕੋਈ ਹੋਰ ਰਸਤਾ ਨਹੀਂ ਹੈ। ਤੁਸੀਂ ਆਪਣੇ ਰਾਈਟਸ ਦੇ ਲਈ ਬਿਲਕੁਲ ਅਸੀਂ ਸਹੀ ਫਾਈਟ ਕਰ ਰਹੇ ਹਾਂ। ਇਹ ਕੁਝ ਕੁ ਨਿਊਜ਼ ਗਲਤ ਇੱਧਰ ਉੱਧਰ ਦੀਆਂ ਲਵਾਉਂਦੇ ਆ, ਬਿਲਕੁਲ ਪਰਵਾਹ ਨਹੀਂ ਕਰਨੀ, ਬਿਲਕੁਲ ਸਹੀ ਐਪਰੋਪ੍ਰੀਏਟ ਹੈ। ਔਰ ਆਨਰੇਬਲ ਬੈਂਚ ਨੇ ਇੱਥੋਂ ਤੱਕ ਕਿਹਾ ਵੀ ਅਸੀਂ 3 ਘੰਟੇ ਇਹ ਪਟੀਸ਼ਨ ਪੜ੍ਹੀ ਹੈ ਔਰ ਸਾਰੀਆਂ ਜੋ ਮੰਗਾਂ ਨੇ ਉਹ ਕਾਨੂੰਨ ਦੇ ਅਨੁਸਾਰ ਨੇ। ਔਰ ਕੋਰਟ ਦੇ ਵਿੱਚ ਇਹ ਵੀ ਨੈਸ਼ਨਲ ਹਾਈਵੇ ਨੂੰ ਕਿਹਾ
ਕਿ ਜੋ ਕਾਨੂੰਨ ਹੈ ਉਹਨੂੰ ਲਾਗੂ ਕਰੋ, ਖਿਲਵਾੜ ਨਾ ਕਰੋ। ਅਦਰਵਾਈਜ਼ ਤਾਂ ਸਟੇ ਕਰਨ ਜਾ ਰਹੀ ਸੀ ਕੋਰਟ, ਅੱਜ ਨੋਟਿਸ ਕੋ ਸਟੇ ਦਾ ਮਤਲਬ ਵੀ ਹੁੰਦਾ ਵੀ ਸਟੇ ਲਈ ਉਹ ਹੁਣ ਬਹਿਸ ਹੋਣੀ ਹੈ। ਸਟੇ ਵਰਗਾ ਹੀ ਹੈ ਇਹ ਇੱਕ ਕਿਸਮ ਦਾ। ਤੇ ਇੱਥੋਂ ਤੱਕ ਕਿਹਾ ਕੋਰਟ ਨੇ ਕਿ ਮਤਲਬ ਇਹ ਦੂਜੇ ਕੇਸ ਜਿਹੜੇ ਨੇ 7 ਤਰੀਕ ਨੂੰ ਦੂਜੇ ਬੈਂਚ ਨੇ ਰੱਖੇ ਹੋਏ ਨੇ, ਉਸ ਦਿਨ ਸਟੇ ਤੇ ਇਹ ਕੇਸ ਤੇ ਵੀ ਸੁਣਵਾਈ ਹੋਊਗੀ। ਸੋ ਇਹ ਮਤਲਬ that is a ਚੰਗਨ, ਬੱਲੋਵਾਲ, ਡਿਫਰੈਂਟ ਉਸ ਏਰੀਏ ਦੇ 7 ਵਿਲੇजेस ਨੇ। ਪੇਪਰ ਬੁੱਕ ਮੇਰੇ ਕੋਲ ਨਹੀਂ ਹੈ, ਅਦਰਵਾਈਜ਼ ਮੈਂ ਕਲੀਅਰ ਵੀ ਕਰ ਸਕਦਾ ਸੀ। ਲੁਧਿਆਣਾ ਵੈਸਟ ਦੇ ਨੇ ਔਰ ਇਹ ਸਟ੍ਰੈਚ ਦੀ ਪਹਿਲਾਂ 5 ਪਿੰਡਾਂ ਦਾ ਮੈਟਰ ਆਲਰੇਡੀ 10/7 ਲਈ 2023 ਲਈ ਪੈਂਡਿੰਗ ਪਿਆ ਹੋਇਆ ਹਾਈ ਕੋਰਟ ਦੇ ਵਿੱਚ।